ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਟੁਡੇ ਤੇ ਮੁਲਾਜ਼ਮ ਲਹਿਰ ਦੇ ਇੱਕ ਹੋਰ ਐਪੀਸੋਡ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬ ਦੀ ਸਿਹਤ ਅਸੀਂ ਕਈ ਵਾਰ ਗੱਲ ਕੀਤੀ ਹੈ, ਬਹੁਤ ਬੁਰੇ ਹਾਲਾਤਾਂ ਚੋਂ ਲੰਘ ਰਹੀ ਹੈ ਤੇ ਲੰਘਦੀ ਵੀ ਪਈ ਹੈ ਪਿਛਲੇ ਕੁਝ ਸਮੇਂ ਤੋਂ। ਪਰ ਜਿਹੜੇ ਇਹਦੇ ਮੁਲਾਜ਼ਮ ਨੇ, ਜਿਹੜੇ ਇਸ ਬਾਰੇ ਕੁਝ ਕਰ ਸਕਦੇ ਨੇ, ਉਹਨਾਂ ਦੇ ਕੀ ਹਾਲਾਤ ਬਣੇ ਹੋਏ ਅਸੀਂ ਇਸ ਤੋਂ ਪਹਿਲਾਂ ਵੀ ਗੱਲ ਕੀਤੀ ਹੈ। ਜ਼ਿਆਦਾਤਰ ਰੈਗੂਲਰਾਈਜੇਸ਼ਨ ਦੀ ਮੰਗ ਰਹੀ ਹੈ, ਲੇਕਿਨ ਸਾਡਾ ਇਨਫਰਾਸਟ੍ਰਕਚਰ ਜਿਵੇਂ ਦਾ ਰਿਹਾ, ਸਾਡੀ ਤਨਖਾਹਾਂ ਜਿਵੇਂ ਦੀਆਂ ਰਹੀਆਂ ਨੇ, ਦਵਾਈਆਂ ਜਦ ਅਸੀਂ ਗੱਲ ਕਰ ਲਈਏ ਪੁੱਜਦੀਆਂ ਨਹੀਂ ਨੇ, ਇਹੋ ਜਿਹੀ ਬਹੁਤ ਸਾਰੀਆਂ ਦਿੱਕਤਾਂ ਨੇ। ਤੇ ਅੱਜ ਇਸੇ ਮੁੱਦੇ ਤੇ ਹੋਰ ਚਰਚਾ ਕਰਨ ਲਈ ਸਾਡੇ ਨਾਲ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਦੇ ਦੋ ਪ੍ਰਵਕਤਾ ਮੌਜੂਦ ਨੇ। ਸ਼ੁਰੂ ਕਰਨ ਤੋਂ ਪਹਿਲਾਂ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਕਰਦਾ, ਤੁਹਾਨੂੰ ਜੀ ਆਇਆਂ ਨੂੰ ਆਖਦਾ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਚਾਹੂੰਗਾ ਤੁਸੀਂ ਦੋਵੇਂ ਆਪ ਹੀ ਆਪਣੇ ਬਾਰੇ ਥੋੜਾ ਸਾਨੂੰ ਦੱਸ ਦਿਓ। ਤੁਸੀਂ ਕਦੋਂ ਤੋਂ ਇਸ ਫੀਲਡ ਚੋਂ ਤੇ ਕਿੰਨੇ ਚਿਰ ਤੋਂ ਇਸ ਯੂਨੀਅਨ ਨਾਲ ਜੁੜੇ ਹੋਏ ਹੋ, ਇਹ ਜ਼ਰੂਰ ਇੱਥੋਂ ਸ਼ੁਰੂਆਤ ਕਰਦੇ ਹਾਂ। ਗੁਰਪ੍ਰੀਤ ਜੀ ਤੋਂ ਸ਼ੁਰੂ ਕਰਦੇ ਹਾਂ ਜੀ। ਹਾਂਜੀ, ਮੇਰਾ ਨਾਮ ਹੈ ਗੁਰਪ੍ਰੀਤ ਸਿੰਘ ਭੁੱਲਰ ਜੀ, ਸੂਬਾ ਪ੍ਰਧਾਨ NHM EMPLOYEE ਯੂਨੀਅਨ ਪੰਜਾਬ ਤੋਂ ਜੀ। ਇਹ ਜੋ ਸਾਡੀ ਯੂਨੀਅਨ ਹੈ ਤਕਰੀਬਨ 2009 ਤੋਂ ਸਟਾਰਟ ਹੋਈ ਹੈ ਜੀ। ਸਾਡੇ ਜੋ ਪੰਜਾਬ ਦੇ ਵਿੱਚ NHM ਅਧੀਨ ਭਰਤੀ ਹੋਈ ਹੈ 2008 ਤੋਂ ਸ਼ੁਰੂ ਹੋ ਗਈ ਸੀਗੀ ਜੀ। ਅਸੀਂ ਉਦੋਂ ਤੋਂ ਹੀ ਇਹਦੇ 'ਚ ਮੁਲਾਜ਼ਮ ਹੈਗੇ ਆ ਜੀ। ਉਦੋਂ ਤੋਂ ਲੈ ਕੇ ਹੁਣ ਤੱਕ ਅਸੀਂ ਬਹੁਤ ਵਾਰੀ ਸਰਕਾਰ ਤੱਕ ਅਸੀਂ ਆਪਣੀਆਂ ਮੰਗਾਂ ਨੂੰ ਪਹੁੰਚਾ ਰਹੇ ਹਾਂ। ਪਰ ਸਰਕਾਰ ਉਹਨਾਂ ਵਿੱਚੋਂ ਜੋ ਸਾਡੀ ਮੇਨ ਮੰਗ ਆ ਰੈਗੂਲਰਾਈਜੇਸ਼ਨ ਦੀ, ਉਸ ਨੂੰ ਮੰਨਣ ਦੀ ਬਜਾਏ ਸਾਨੂੰ ਸੈਂਟਰ ਦੀ ਸਕੀਮਾਂ ਕਹਿ ਕੇ ਸਾਨੂੰ ਟਾਲ ਮਟੋਲ ਕਰਦੀਆਂ ਨੇ। ਇਸ ਲਈ ਅਸੀਂ ਜੋ ਆਪਣੇ ਹੋਰ ਵੀ ਜੋ ਥੋੜ੍ਹੀਆਂ ਬਹੁਤੀਆਂ ਛੋਟੀਆਂ ਲੋੜਾਂ ਹੈਗੀਆਂ, ਮੰਗਾਂ ਹੈਗੀਆਂ, ਉਹਨਾਂ ਬਾਰੇ ਵੀ ਅਸੀਂ ਆਪਣੇ ਅਧਿਕਾਰੀਆਂ ਨੂੰ, ਐਮਡੀਸੀ ਮਿਸ਼ਨ ਡਾਇਰੈਕਟਰ ਨੂੰ, ਪ੍ਰਮੁੱਖ ਸਕੱਤਰ ਸਿਹਤ ਨੂੰ, ਸਿਹਤ ਮੰਤਰੀ ਸਾਹਿਬ ਨੂੰ, ਆਪਣੇ ਮੁੱਖ ਮੰਤਰੀ ਸਾਹਿਬ ਨੂੰ ਸਮੇਂ-ਸਮੇਂ ਤੇ ਅਸੀਂ ਆਪਣੇ ਮੈਮੋਰੈਂਡਮ ਦਿੰਦੇ ਰਹੇ ਉਹਨਾਂ ਨੂੰ, ਸਾਡੀਆਂ ਮੰਗਾਂ ਨੂੰ ਸਾਨੂੰ ਲਾਗੂ ਕਰੋ। ਪਰ ਉਹਨਾਂ ਦੁਆਰਾ ਸਾਡੀਆਂ ਕੁਝ ਮੰਗਾਂ ਲਾਗੂ ਕੀਤੀਆਂ ਜਾਂਦੀਆਂ, ਪਰ ਬਾਅਦ ਜੋ ਮੇਨ ਮੰਗ ਹੈਗੀ ਰੈਗੂਲਰਾਈਜੇਸ਼ਨ ਦੀ, ਉਹ ਅਜੇ ਤੱਕ ਮੰਗ ਨਹੀਂ ਪੂਰੀ ਕੀਤੀ ਗਈ ਜੀ। ਆਪਾਂ ਸ਼ੁਰੂ ਤੋਂ ਸ਼ੁਰੂ ਕਰਾਂਗੇ, ਇੱਕ ਗੱਲ ਤੇ ਆਵਾਂਗੇ। ਇੱਕ ਵਾਰ ਕੰਬੋਜ ਜੀ ਦੀ ਥੋੜੀ ਇੰਟਰੋਡਕਸ਼ਨ ਲੈ ਲਈਏ। ਸਤਿ ਸ਼੍ਰੀ ਅਕਾਲ ਜੀ। ਔਰ ਮੈਂ ਬਹੁਤ ਧੰਨਵਾਦੀ ਹਾਂ ਤੁਹਾਡੇ ਚੈਨਲ ਦਾ ਕਿ ਜਿਨ੍ਹਾਂ ਨੇ ਇਸ ਐਪੀਸੋਡ ਦੇ ਰਾਹੀਂ ਸਾਡੀ ਜਿਹੜੀ ਆਵਾਜ਼ ਹੈ ਆਮ ਜਨਤਾ ਦੇ ਨਾਲ ਸਰਕਾਰ ਤੱਕ ਪਹੁੰਚਣ ਦਾ ਇੱਕ ਬੜਾ ਪੋਜ਼ਿਟਿਵ ਉਪਰਾਲਾ ਕੀਤਾ। ਮੈਂ ਸੁਖਜੀਤ ਕੰਬੋਜ NHM EMPLOYEE ਯੂਨੀਅਨ ਦਾ ਸੂਬਾ ਪ੍ਰੈਸ ਸਕੱਤਰ ਦੇ ਤੌਰ ਤੇ ਲੋਕਾਂ ਦੀਆਂ, ਸਾਡੇ ਸਾਥੀਆਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਅਸੀਂ ਨਿਰੰਤਰ ਕਰ ਰਹੇ ਹਾਂ ਤੇ ਅੱਗੇ ਵੀ ਕਰਦੇ ਰਹਾਂਗੇ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਤੇ ਸ਼ੁਰੂਆਤ ਕਰਦੇ ਇੱਕ ਤਾਂ, ਕਿਉਂਕਿ ਗੁਰਪ੍ਰੀਤ ਜੀ ਨੇ ਸ਼ੁਰੂਆਤ 'ਚ ਇਹ ਕਿਹਾ ਕਿ 2008 ਤੋਂ ਇਹ ਭਰਤੀਆਂ ਹੋਣੀਆਂ ਸ਼ੁਰੂ ਹੋਈਆਂ ਸੀਗੀਆਂ, ਤੇ ਕਿਉਂਕਿ ਤੁਹਾਨੂੰ ਸੈਂਟਰ ਦੀ ਸਕੀਮ 'ਚ ਪਾ ਦਿੱਤਾ ਜਾਂਦਾ, ਪਹਿਲਾਂ ਇਸ ਦੀ ਗੱਲ ਕਰਦੇ ਹਾਂ ਕਿ ਕਿਸ ਤਰ੍ਹਾਂ ਭਰਤੀਆਂ ਸ਼ੁਰੂਆਤ ਕੀਤੀ ਗਈ, ਤੁਸੀਂ ਉਸ ਵੇਲੇ ਕਿਹੜੀ ਸਕੀਮ ਸੀਗੇ ਤੇ ਤੁਹਾਡੇ ਤੋਂ ਕੰਮ ਕੀ ਲਿਆ ਜਾਂਦਾ। ਗੁਰਪ੍ਰੀਤ ਜੀ ਇੱਥੋਂ ਸ਼ੁਰੂ ਕਰਦੇ ਹਾਂ। ਸਾਡੇ ਤੋਂ ਜੋ ਕੰਮ ਹੈਗਾ, ਜੋ ਰੈਗੂਲਰ ਮੁਲਾਜ਼ਮਾਂ ਤੋਂ ਜੋ ਕੰਮ ਲਿਆ ਜਾਂਦਾ ਜੀ, ਉਹੀ ਕੰਮ ਸਾਡੇ ਤੋਂ ਲਿਆ ਜਾਂਦਾ। ਸਾਡੀ ਵੀ ਜੋ ਭਰਤੀ ਹੈਗੀ ਆ, ਜਿਵੇਂ ਰੈਗੂਲਰ ਮੁਲਾਜ਼ਮਾਂ ਦੀ ਹੁੰਦੀ ਆ ਬਤੌਰ ਪ੍ਰੋਪਰ ਭਰਤੀ ਪ੍ਰਕਿਰਿਆ, ਜਿਵੇਂ ਕੋਈ ਰਿਟਨ ਟੈਸਟ ਲੈਣਾ, ਇੰਟਰਵਿਊ ਲੈਣਾ, ਇਸੇ ਤਰ੍ਹਾਂ ਹੀ ਸਾਡੀ ਭਰਤੀ ਹੋਈ ਹੈ। ਠੀਕ ਹੈ। ਸਾਨੂੰ ਸਕੀਮ ਕਹਿ ਕੇ ਬਸ ਹਰ ਵਾਰ ਸਾਨੂੰ ਉਤਾਰ ਦਿੰਦੇ। ਤੇ ਜਦੋਂ ਇਹ ਭਰਤੀਆਂ ਹੋਈਆਂ ਨੇ ਉਸ ਵੇਲੇ ਤੁਹਾਨੂੰ ਕੀ ਕਿਹਾ ਗਿਆ ਸੀਗਾ ਕਿ ਜਿਹੜਾ NHM ਦਾ ਜਿਹੜੀ ਪ੍ਰੋਗਰਾਮ ਹੈ ਸੈਂਟਰ ਦਾ, ਤੁਹਾਨੂੰ ਉਹਦੇ ਤਹਿਤ ਹੀ ਰੱਖ ਰਹੇ ਆ, ਤੁਹਾਡੀ ਸੈਲਰੀਜ਼ ਉੱਥੋਂ ਹੀ ਆਣੀਆਂ ਨੇ ਕਿ ਸਟੇਟ ਇਹਨੂੰ ਕਰਦਾ ਰਿਹਾ ਰੈਗੂਲੇਟ? ਜੋ ਸੈਂਟਰ ਤੋਂ ਫੰਡ ਆ ਰਿਹਾ ਜੀ, ਉਹ ਸਟੇਟ ਨੂੰ ਆਉਂਦਾ ਸਿੱਧਾ, ਤੇ ਸਾਨੂੰ ਜੋ ਤਨਖਾਹਾਂ ਦੇ ਰਹੇ ਸਾਨੂੰ ਸਟੇਟ ਤਨਖਾਹਾਂ ਦੇ ਰਹੇ। ਠੀਕ ਹੈ। ਜੋ ਫੰਡ ਹੈ ਸੈਂਟਰ ਐਡ ਕਰਦੇ ਆ ਜੀ। ਜਿਹੜੀ 2007 ਦੇ ਵਿੱਚ RCH ਦੇ ਨਾਮ ਤੇ ਸਕੀਮ ਚੱਲੀ ਸੀਗੀ, 2007 ਤੋਂ ਬਾਅਦ ਇਹਨੂੰ ਫੁੱਲ ਫਲੈਜ NRHM ਦੇ ਤੌਰ ਤੇ ਸ਼ੁਰੂ ਕੀਤਾ ਗਿਆ ਸੀਗਾ ਸੈਂਟਰ ਗਵਰਨਮੈਂਟ ਵੱਲੋਂ। ਨੈਸ਼ਨਲ ਰੂਰਲ ਹੈਲਥ ਮਿਸ਼ਨ ਦੇ ਤੌਰ ਤੇ ਇੱਕ ਮਿਸ਼ਨ ਸੀ, ਜਿਹਦੇ ਵਿੱਚ ਜੱਚਾ ਬੱਚਾ ਮੌਤ ਦਰ ਤੇ ਬਾਕੀ ਸਿਹਤ ਸੇਵਾਵਾਂ ਜਿਹੜੀਆਂ ਉਹਨਾਂ ਨੂੰ ਦਰੁਸਤ ਕਰਨ ਦਾ ਜਿਹੜਾ ਇਹ ਬੀੜਾ ਚੁੱਕਿਆ ਸੀਗਾ NRHM ਇੱਕ ਮਿਸ਼ਨ ਦੇ ਤਹਿਤ। ਉਸ ਮਿਸ਼ਨ ਦੇ ਵਿੱਚ ਜਿਹੜੀ ਭਰਤੀ ਕੀਤੀ ਗਈ ਸੀ ਉਹ ਸਟੇਟ ਗਵਰਨਮੈਂਟ ਵੱਲੋਂ ਕੀਤੀ ਗਈ ਸੀ। ਉਹਦੇ ਵਿੱਚ 70-30 ਔਰ 80-20 ਦੀ ਰੇਸ਼ੋ, 80-20 ਦੀ ਰੇਸ਼ੋ ਤੋਂ ਸਟਾਰਟ ਕੀਤਾ ਗਿਆ ਸੀ। 80% ਜੋ ਤਨਖਾਹਾਂ ਸੀ ਉਹ ਸੈਂਟਰ ਗਵਰਨਮੈਂਟ ਪੇ ਕਰਦੀ ਸੀ ਔਰ 20% ਜਿਹੜੀ ਉਹ ਸਟੇਟ ਗਵਰਨਮੈਂਟ ਕਰਦੀ ਸੀ। ਔਰ ਜਿੱਦਾਂ ਸਾਲ ਦਰ ਸਾਲ ਫਿਗਰਸ, ਅੰਕੜੇ ਜਿਹੜੇ ਸੁਧਰਦੇ ਗਏ ਔਰ ਜੋ ਗਵਰਨਮੈਂਟ ਦੇ ਨਾਲ ਇਹਨਾਂ ਦਾ ਟੋਟਲ ਕਰਾਰ ਹੋਇਆ ਸੀਗਾ ਸੈਂਟਰ ਗਵਰਨਮੈਂਟ ਦੇ ਨਾਲ ਪੰਜਾਬ ਗਵਰਨਮੈਂਟ ਦਾ, ਉਹਦੇ ਥਰੂ ਹੁਣ ਜੋ ਇਸ ਟਾਈਮ ਸਿਚੁਏਸ਼ਨ ਹੈ ਉਹਦੇ ਅਕੋਰਡਿੰਗ 50% ਜਿਹੜੀ ਹੈ 60% ਜਿਹੜੀ ਹੈ ਸਟੇਟ ਗਵਰਨਮੈਂਟ ਬੀਅਰ ਕਰ ਰਹੀ ਹੈ, ਸੈਂਟਰ ਗਵਰਨਮੈਂਟ ਬੀਅਰ ਕਰ ਰਹੀ ਹੈ, ਔਰ 40% ਜਿਹੜੀ ਹੈ ਉਹ ਸਟੇਟ ਗਵਰਨਮੈਂਟ ਬੀਅਰ ਕਰ ਰਹੀ ਹੈ। ਬਟ ਪੰਜਾਬ ਸਰਕਾਰ ਜਿਹੜੀ ਹੈ ਇਹਦੇ ਵਿੱਚ ਵੀ ਥੋੜੀ ਜਿਹੀ ਚਲਾਕੀ ਕਰ ਰਹੀ ਮੁਲਾਜ਼ਮਾਂ ਨਾਲ ਕਿ ਉਹ ਜਿਹੜਾ ਆਪਣਾ ਬਣਦਾ ਹਿੱਸਾ ਹੈ ਉਹ ਨਹੀਂ ਦੇ ਰਹੀ।
ਸਿਰਫ ਜਿਹੜਾ ਸੈਂਟਰ ਤੋਂ ਪਾਸ ਹੋ ਕੇ ਆ ਰਿਹਾ ਹੈ ਸਿਰਫ ਉਹੀ ਮੁਲਾਜ਼ਮਾਂ ਨੂੰ ਦਿੱਤਾ ਜਾ ਰਿਹਾ। ਜੇ ਹੁਣ ਤੁਸੀਂ ਇਸੇ ਤਰ੍ਹਾਂ ਦਿੱਲੀ ਦੀ ਤਰਜ਼ ਦੇਖੋਗੇ ਤਾਂ ਦਿੱਲੀ ਦੇ ਵਿੱਚ ਇੱਕ ਏਐਨਐਮ ਦੀ ਤਨਖਾਹ ਜਿਹੜੀ ਤਕਰੀਬਨ 25000 ਰੁਪਇਆ ਸਟਾਰਟਿੰਗ ਤੇ ਹੈ ਇਸੇ ਮਿਸ਼ਨ ਦੇ ਵਿੱਚ। ਬਟ ਪੰਜਾਬ ਗਵਰਨਮੈਂਟ ਦੇ ਵਿੱਚ ਜੇ ਆਪਾਂ ਉਹ ਗੱਲ ਕਰਦੇ ਹਾਂ ਤਾਂ 8500 ਰੁਪਇਆ। ਤਾਂ ਐਡਾ ਪਾੜਾ ਜਿਹੜਾ ਹੈ ਉਹ ਦਿਨੋਂ ਦਿਨ ਜਿਹੜਾ ਉਹ ਵੱਧ ਰਿਹਾ। ਠੀਕ ਹੈ, ਸੋ ਲਗਭਗ ਡਬਲ ਕਿਸੇ ਹੋਰ ਸੂਬੇ 'ਚ ਮਿਲ ਰਹੀ ਹੈ ਪਰ ਪੰਜਾਬ 'ਚ ਇਸ ਤਰ੍ਹਾਂ ਦੇ ਹਾਲਾਤ ਨਹੀਂ ਹੈ। ਠੀਕ ਹੈ, ਇਹ ਬੜੀ ਕਲੀਅਰ ਕਰਤੀ ਤੁਸੀਂ ਇਹਦੇ ਨਾਲ ਗੱਲ। ਤੇ ਮੈਨੂੰ ਇੱਕ ਗੱਲ ਦੱਸੋ, ਤੁਸੀਂ ਜਿਵੇਂ ਦੱਸਿਆ 2008 ਤੋਂ ਭਰਤੀਆਂ ਹੋ ਰਹੀਆਂ ਨੇ, ਸੋ ਪਿਛਲੇ 14 ਸਾਲਾਂ ਤੇ ਹੁਣ ਤੱਕ ਆਪਣੇ ਐਨਐਚਐਮ ਦੇ ਅੰਡਰ ਕਿੰਨੇ ਇੰਪਲੋਈ ਹੋਣਗੇ ਪੂਰੇ ਪੰਜਾਬ 'ਚ? ਤਕਰੀਬਨ ਸਾਡਾ 9700 ਦੇ ਕਰੀਬ ਜਿਹੜਾ ਮੁਲਾਜ਼ਮ ਹੈ ਇਸ ਟਾਈਮ ਪੰਜਾਬ ਦੇ ਵਿੱਚ 23 ਜ਼ਿਲ੍ਹਿਆਂ ਦੇ ਵਿੱਚ, ਜਿਹਦੇ ਵਿੱਚ ਤਕਰੀਬਨ 58 ਦੇ ਕਰੀਬ ਜਿਹੜੇ ਕੈਡਰ ਨੇ ਵੱਖਰੇ ਵੱਖਰੇ, ਜਿਹਦੇ ਵਿੱਚ ਡਾਕਟਰ, ਸਟਾਫ ਨਰਸਿਸ, ਏਐਮਓਜ਼, ਐਡਮਿਨਿਸਟ੍ਰੇਟਿਵ ਸਟਾਫ ਆ ਜਿਹੜਾ, ਜਿਹਦੇ ਵਿੱਚ ਅਕਾਊਂਟ ਅਫਸਰਸ ਨੇ, ਡੀਪੀਐਮਸ ਨੇ, ਡੀਪੀਐਮ ਯੂਨਿਟ ਬਣੀਆਂ ਹੋਈਆਂ, ਐਪੀਡੈਮੋਲੋਜਿਸਟ ਨੇ, ਔਰ ਤੁਸੀਂ ਕਹਿ ਸਕਦੇ ਹੋ ਓਟੀ ਅਸਿਸਟੈਂਟ ਨੇ, ਏਐਮਓਜ਼ ਨੇ, ਸਪੈਸ਼ਲਿਸਟ ਡਾਕਟਰ ਨੇ। ਇਹ ਸਾਰੇ ਐਨਐਚਐਮ ਦੇ ਵਿੱਚ ਤਕਰੀਬਨ 9700 ਦੇ ਕਰੀਬ ਸਟਾਫ ਹੈ ਜਿਹੜਾ ਇਸ ਟਾਈਮ ਕੰਮ ਕਰ ਰਿਹਾ। 2007 ਤੋਂ ਕੰਟੀਨਿਊਸ ਭਰਤੀਆਂ ਉਹ ਜਿਹੜੀਆਂ ਕਿ ਇਹਦੇ ਵਿੱਚ ਕੀਤੀਆਂ ਜਾ ਰਹੀਆਂ, ਬਟ ਪ੍ਰੋਪਰ ਚੈਨਲ ਦੇ ਨਾਲ ਭਰਤੀ ਹੁੰਦੀ ਹੈ, ਪ੍ਰੋਪਰ ਐਡਵਰਟਾਈਜ਼ਮੈਂਟ ਹੁੰਦੀ ਹੈ, ਉਹਦੇ ਲਈ ਰਿਟਨ ਦੇ ਤੌਰ ਤੇ ਐਗਜ਼ਾਮ ਹੁੰਦਾ ਹੈ। ਜੋ ਪੰਜਾਬ ਸਰਕਾਰ ਨੇ ਆਪਣੇ ਰੈਗੂਲਰ ਸਟਾਫ ਨੂੰ ਭਰਤੀ ਕਰਨ ਵਾਸਤੇ ਜੋ ਇੱਕ ਸਿਸਟਮ ਬਣਾਇਆ ਹੋਇਆ, ਉਸੇ ਸਿਸਟਮ ਦੇ ਤਹਿਤ ਹੀ ਇਹ ਭਰਤੀ ਹੁੰਦੀ ਹੈ। ਬਟ ਜਿਹੜੀ ਵੰਡ ਹੈ ਤਨਖਾਹ ਦੀ ਹੈ ਔਰ ਦੂਜੇ ਭੱਤਿਆਂ ਦੀ ਵੰਡ ਹੈ, ਉਹ ਕਹਾਣੀ ਹੈ, ਉਹ ਸ਼ੁਰੂ ਤੋਂ ਹੀ ਕਹਾਣੀ ਹੈ। ਠੀਕ ਹੈ, ਆਪਾਂ ਜੇ ਇਹਦੀ ਗੱਲ ਕਰ ਲਈਏ, ਤੁਸੀਂ ਮੈਨੂੰ ਫੋਰ ਐਗਜ਼ਾਮਪਲ ਕਿਸੇ ਇੱਕ ਪੋਸਟ ਨੂੰ ਫੜ ਕੇ ਦੱਸਿਓ ਕਿ ਰੈਗੂਲਰ ਉਸ ਪੋਸਟ ਤੇ ਕਿੰਨੇ ਮਿਲਦੇ ਤੇ ਐਨਐਚਐਮ ਵਾਲਿਆਂ ਨੂੰ ਕਿੰਨੇ ਪੈਸੇ ਮਿਲਦੇ ਨੇ। ਤੁਸੀਂ ਇੱਕ ਸਿੰਪਲ ਕਲਰਕ ਦੀ ਤਨਖਾਹ ਹੀ ਲਾ ਲਓ ਜੀ, ਕਲਰਕ ਦੀ ਤਨਖਾਹ ਲਾ ਲਓ। ਮੈਂ ਆਪਣੀ ਖੁਦ ਦੀ ਐਗਜ਼ਾਮਪਲ ਦਿੰਦਾ, ਮੈਂ ਡਿਸਟ੍ਰਿਕਟ BCC ਕੋਆਰਡੀਨੇਟਰ ਦੇ ਤੌਰ ਤੇ ਇਸ ਟਾਈਮ ਕੰਮ ਕਰ ਰਿਹਾ। ਠੀਕ ਹੈ ਜੀ, ਮੇਰਾ ਟੋਟਲ ਜਿਹੜਾ ਰਾਬਤਾ ਹੈ ਉਹ ਮੀਡੀਆ ਨਾਲ ਹੁੰਦਾ। ਟੋਟਲ ਮੇਰਾ ਕੰਮ ਹੈ ਜੋ ਅਵੇਅਰਨੈਸ ਦਾ ਕੰਮ ਹੈ, ਔਰ ਮੇਰੇ ਨਾਲ ਜਿਹੜੀ ਇੱਕ ਪੋਸਟ ਹੈ ਡਿਸਟ੍ਰਿਕਟ ਦੇ ਉੱਤੇ ਹੀ ਹੈ, ਉਹ ਡਿਸਟ੍ਰਿਕਟ ਮਾਸ ਮੀਡੀਆ ਆਫਿਸਰ ਦੀ ਹੁੰਦੀ ਹੈ ਜੀ। ਠੀਕ ਹੈ, ਉਹਨੂੰ ਗਜ਼ਟਡ ਪੋਸਟ ਦੇ ਤੌਰ ਤੇ ਦੇਖਿਆ ਜਾਂਦਾ, ਔਰ ਜਿੱਥੇ ਉਸ ਪੋਸਟ ਦੀ ਤਨਖਾਹ ਤਕਰੀਬਨ ਤੁਸੀਂ ਮੰਨ ਸਕਦੇ ਹੋ 85 ਜਾਂ 90 ਹਜ਼ਾਰ ਹੈ, ਤਾਂ ਜੋ ਸਾਨੂੰ ਸਟਾਰਟਿੰਗ ਤੇ ਰਿਕਰੂਟ ਕੀਤਾ ਸੀ ਇਸ ਗਵਰਨਮੈਂਟ ਨੇ, ਉਹ ਸਿਰਫ 13000 ਰੁਪਏ ਤੇ ਕੀਤਾ ਸੀ। ਅੱਛਾ, ਸੇਮ ਐਜ਼ ਸਟਾਫ ਨਰਸ ਜਿਹੜੀ ਇੱਕ ਰੈਗੂਲਰ ਹੈ, ਉਹ ਇਸ ਟਾਈਮ 60-65 ਰੁਪਇਆ ਲੈਂਦੀ ਹੈ, ਔਰ ਸਾਡੀ ਸਟਾਫ ਨਰਸ ਭੈਣ ਹੈ ਜਿਹੜੀ, ਉਹ 12 ਤੋਂ 13000 ਰੁਪਇਆ ਇਸ ਟਾਈਮ ਜਿਹੜੀ ਬੇਸਿਕ ਤਨਖਾਹ ਤੇ ਉਹਨੂੰ ਰੱਖਿਆ ਜਾਂਦਾ ਹੈ, ਬਿਨਾਂ ਕਿਸੇ ਭੱਤੇ ਦੇ, ਬਿਨਾਂ ਕਿਸੇ ਇੰਸ਼ੋਰੈਂਸ ਦੇ, ਬਿਨਾਂ ਹੋਰ ਕਿਸੇ ਵੀ ਵਾਧੂ ਲਾਭ ਦੇ। ਅੱਛਾ ਜੀ, ਤੇ ਕੀ ਇਹਨਾਂ ਦੀ ਕੁਆਲੀਫਿਕੇਸ਼ਨ ਦਾ ਜਾਂ ਜੋ ਕੰਮ ਦਿੱਤਾ ਜਾਂਦਾ ਹੈ ਜਾਂ ਜਿਹੜੇ ਹਸਪਤਾਲਾਂ 'ਚ ਕੰਮ ਦਿੱਤਾ ਜਾਂਦਾ ਉਹਦੇ 'ਚ ਕੋਈ ਫਰਕ ਹੈ? ਬਿਲਕੁਲ ਫਰਕ ਨਹੀਂ ਹੈ, ਜ਼ਿਆਦਾ ਲਿਆ ਜਾਂਦਾ ਹੈ। ਬੜੀ ਹਾਸੋਹੀਣੀ ਗੱਲ ਹੈ ਤੇ ਗਵਰਨਮੈਂਟ ਦੀ ਇਹ ਜਿਹੜੀ ਪਾਲਿਸੀ ਹੈ ਇਹ ਬੜੀ ਹਾਸੋਹੀਣੀ ਹੈਗੀ ਹੈ ਕਿ ਜੇ ਉਹਦੇ ਤੇ ਟੈਗ ਇੱਕ ਲੱਗ ਗਿਆ ਵੀ ਇਹ ਠੇਕਾ ਮੁਲਾਜ਼ਮ ਹੈ ਤਾਂ ਇਹਦਾ ਜਿੱਦਾਂ ਮਰਜ਼ੀ ਇਹਨੂੰ ਜਿੱਦਾਂ ਮਰਜ਼ੀ ਸ਼ੋਸ਼ਣ ਕਰ ਲਓ, ਕੋਈ ਨਹੀਂ ਬੋਲੇਗਾ। ਕਿਉਂ? ਪਤਾ ਹੈ ਕਿ ਇਹਦੀ ਨੌਕਰੀ ਜਿਹੜੀ ਉਹ ਪੱਕੀ ਨਹੀਂ ਹੈ, ਔਰ ਸਿਰਫ ਇੱਕ ਰਿਟਨ ਲੈਟਰ ਲਿਖ ਦਿੱਤੀ ਜਾਂਦੀ ਜੇ ਉੱਚ ਅਧਿਕਾਰੀਆਂ ਨੂੰ ਤਾਂ ਮੁਲਾਜ਼ਮ ਦੀ ਨੌਕਰੀ ਤੇ ਖਤਰਾ ਆ ਜਾਂਦਾ, ਤਾਂ ਮਜਬੂਰਨ ਵਸੋਂ ਉਹਨੂੰ ਸ਼ੋਸ਼ਿਤ ਹੋਣਾ ਪੈਂਦਾ ਹੈ। ਇਹ ਉਹਦੀ ਮਜਬੂਰੀ ਬਣ ਜਾਂਦੀ ਹੈ ਘਰ ਪਰਿਵਾਰ ਦੇਖਣ ਲਈ। ਤਾਂ ਕੰਮ ਜ਼ਿਆਦਾ ਹੈ, ਉਲਟਾ ਘੱਟ ਦੀ ਬਰਾਬਰ ਦੀ ਬਜਾਏ ਤਾਂ ਬਹੁਤ ਦੂਰ ਦੀ ਗੱਲ ਹੈ, ਉਲਟਾ ਜ਼ਿਆਦਾ ਕੰਮ ਲਿਆ ਜਾਂਦਾ। ਠੀਕ ਹੈ, ਤੇ ਗੁਰਪ੍ਰੀਤ ਜੀ, ਕਿਉਂਕਿ ਤੁਸੀਂ ਇੰਨੇ ਸਾਲਾਂ ਤੋਂ, ਤੁਸੀਂ ਮੈਨੂੰ ਦੱਸਿਆ ਪਹਿਲੇ ਦਿਨ ਤੋਂ ਤੁਸੀਂ ਯੂਨੀਅਨ ਨਾਲ ਜੁੜੇ ਹੋਏ ਹੋ, ਸੋ ਜਦੋਂ ਤੁਸੀਂ ਇਸ ਤਰ੍ਹਾਂ ਦੀਆਂ ਮੰਗਾਂ, ਤੁਸੀਂ ਮੈਨੂੰ ਦੱਸਿਆ ਕਈ ਵਾਰ ਮੈਮੋਰੈਂਡਮ ਦੇ ਦਿੱਤੇ, ਕਈ ਵਾਰ ਧਰਨੇ ਵੀ ਲਾ ਲਏ, ਤੁਹਾਨੂੰ ਇਨ ਜਨਰਲ ਇੰਨੇ ਸਾਲਾਂ 'ਚ ਕਿਸੇ ਇੱਕ ਸਰਕਾਰ ਦੀ ਨਹੀਂ, ਸਾਰਿਆਂ 'ਚ ਹੀ ਜਨਰਲੀ ਤੁਹਾਨੂੰ ਕਿਸ ਤਰ੍ਹਾਂ ਦਾ ਜਵਾਬ ਮਿਲਦਾ ਰਿਹਾ? ਸਾਨੂੰ ਜੋ ਅਸੀਂ ਮੰਗ ਪੱਤਰ ਲੈ ਕੇ ਜਾਂਦੇ ਜੀ, ਉਦੋਂ ਕਹਿੰਦੇ ਤੁਹਾਡੀਆਂ ਆਹ ਅਸੀਂ ਮੰਗਾਂ ਮੰਨ ਲੈਂਦੇ ਆ, ਜੋ ਰੈਗੂਲਰਾਈਜ਼ ਅਸੀਂ ਸਰਕਾਰ ਤੱਕ ਲੈ ਕੇ ਜਾਵਾਂਗੇ। ਅੱਛਾ, ਸਰਕਾਰ ਜੋ ਹੈਗੀ ਆ ਉਹ ਜਦੋਂ 5-6 ਮਹੀਨੇ ਰਹਿ ਜਾਂਦੇ ਆ ਜੀ, ਉਦੋਂ ਥੋੜਾ ਐਕਟਿਵ ਹੋ ਜਾਂਦੀ ਹੈ ਜੀ। ਹਾਂਜੀ, ਤੁਹਾਡਾ ਅਸੀਂ ਆਪਣਾ ਤੁਹਾਡੀ ਅਸੀਂ ਗਿਣਤੀ ਲੈ ਰਹੇ ਹਾਂ, ਕਿੰਨੇ 3 ਸਾਲ ਵਾਲੇ ਆ, ਕਿੰਨੇ 5 ਸਾਲ ਵਾਲੇ ਆ, ਅਸੀਂ ਆ ਪੱਕੇ ਕਰਾਂਗੇ। ਸਾਨੂੰ ਲਾਰਿਆਂ ਚਲਾਉਂਦੇ ਰਹਿੰਦੇ ਹਰ ਵਾਰੀ, ਪਰ ਕੋਈ ਵੀ ਸਾਨੂੰ ਰੈਗੂਲਰ ਨਹੀਂ ਕਰਦੇਗੇ, ਕਿਉਂਕਿ ਵੋਟਾਂ ਲੈਣੀਆਂ ਹੁੰਦੀਆਂ, ਇਸ ਲਈ ਵੋਟਾਂ ਦੇ ਪਿੱਛੇ ਹੀ ਸਾਨੂੰ ਸਮੇਂ ਤੇ ਆ ਕੇ ਸਾਨੂੰ ਕਹਿ ਦਿੰਦੇ ਆ ਜੀ ਤੁਹਾਨੂੰ ਪਤਾ ਨਹੀਂ ਕਰ ਸਕਦੇ, ਤੁਸੀਂ ਸੈਂਟਰ ਦੀ ਸਕੀਮ ਆ ਤੁਹਾਡੀ। ਅੱਛਾ, ਤੇ ਕੀ ਸਰਕਾਰੀ ਪੋਸਟਾਂ ਸਾਮੀਆਂ ਖਾਲੀ ਪਈਆਂ ਨੇ ਜਾਂ ਤੁਹਾਡੇ ਲਈ ਨਵੀਆਂ ਕ੍ਰੀਏਟ ਕਰਨੀਆਂ ਪੈਣਗੀਆਂ? ਸਰਕਾਰੀ ਪੋਸਟਾਂ ਖਾਲੀ ਪਈਆਂ ਨੇ। ਸਾਨੂੰ ਕਈ ਵਾਰ ਸਿਹਤ ਮੰਤਰੀ ਸਾਹਿਬ ਨੇ ਜਾਂ ਮੁੱਖ ਮੰਤਰੀ ਸਾਹਿਬ ਨੇ ਕਈ ਵਾਰੀ ਕਿਹਾ ਵੀ ਤੁਹਾਨੂੰ ਅਸੀਂ ਜੋ ਸਰਕਾਰ ਦੀ ਆਪਣੇ ਵਿਭਾਗ ਹੈਗਾ ਉਹਦੇ ਵਿੱਚ ਲਾਵਾਂਗੇ, ਅਸੀਂ ਉਹਦੇ ਜੋ ਖਾਲੀ ਪਈਆਂ ਪੋਸਟਾਂ ਉੱਤੇ ਐਡਜਸਟ ਕਰਾਂਗੇ, ਪਰ ਇਹ ਸਿਰਫ ਇਹਨਾਂ ਦੇ ਖੋਖਲੇ ਦਾਅਵੇ ਰਹਿ ਜਾਂਦੇ ਆ ਜੀ। ਸਾਨੂੰ ਇਹਨਾਂ ਨੇ ਕੁਝ ਵੀ ਨਹੀਂ ਕੀਤਾ ਹੈਗਾ। ਤੇ ਤੁਹਾਡੇ ਹਿਸਾਬ ਨਾਲ ਇਹਦਾ ਕਾਰਨ ਕੀ ਹੈ? ਜੇ ਸਾਮੀਆਂ ਵੀ ਖਾਲੀ ਪਈਆਂ, ਮਤਲਬ ਲੋੜ ਵੀ ਹੋਊਗੀ ਸਾਡੇ ਹਸਪਤਾਲਾਂ 'ਚੋਂ, ਸ਼ਾਇਦ ਸਾਨੂੰ ਦਿਖਦਾ ਵੀ ਹੈ ਕਿ ਲੋੜ ਤਾਂ ਹੈਗੀ ਹੈ ਹੋਰ ਸਟਾਫ ਦੀ, ਤੁਹਾਡੇ ਹਿਸਾਬ ਨਾਲ ਕਾਰਨ ਕੀ ਹੈ? ਉਹੀ ਗੱਲ ਹੈ ਕਿ ਪੈਸੇ ਨਹੀਂ ਹੈਗੇ ਇਹਨਾਂ ਕੋਲ ਦੇਣ ਨੂੰ ਤੁਹਾਨੂੰ? ਨਹੀਂ, ਪੈਸੇ ਬਹੁਤ ਆ ਜੀ, ਫੰਡ ਬਹੁਤ ਆਉਂਦਾ ਸੈਂਟਰ ਤੋਂ ਜੀ,
ਪਰ ਇਹ ਸਰਕਾਰ ਦੀ ਨਾਕਾਮੀ ਹੈ ਜੀ, ਜੋ ਇਹ ਆਪਣੇ ਵਿਧਾਇਕਾਂ ਤੇ ਖਰਚ ਕਰ ਲੈਂਦੇ ਆ ਜੀ। ਤੇ ਮੁਲਾਜ਼ਮਾਂ ਨੂੰ ਹੈਗੇ ਇਹਨਾਂ ਨੂੰ ਕੁਝ ਨਹੀਂ ਹੈਗਾ ਇਹਨਾਂ ਕੋਲ ਜੀ। ਜਦੋਂ ਕਹੋ ਸਾਡੇ ਕੋਲ ਤਾਂ ਖਾਲੀ ਹੈ ਜੀ, ਸਾਡੇ ਕੋਲ ਫੰਡ ਹੈ ਨਹੀਂਗੇ ਜੀ। ਆਪਦੇ ਇਹਨਾਂ ਵਿਧਾਇਕਾਂ ਨੇ ਭੱਤੇ ਵਧਾਉਣੇ, ਆਪਦੇ ਗੱਡੀਆਂ ਲੈਣੀਆਂ ਜਾਂ ਕੁਝ ਹੋਰ ਕਰਨਾ, ਉਹ ਕਰੋੜਾਂ ਰੁਪਈਆ ਪਰ ਰੁਪਈਆ ਖਰਚ ਕਰ ਲੈਂਦੇ ਆ। ਪਰ ਮੁਲਾਜ਼ਮਾਂ ਦੇਣ ਵਾਸਤੇ ਇਹਨਾਂ ਕੋਲ ਕੁਝ ਵੀ ਨਹੀਂ ਹੁੰਦਾ ਜੀ। ਜਦ ਕਿ ਮੁਲਾਜ਼ਮ ਇਹਨਾਂ ਦੇ ਜੋ ਹੈਗੇ ਜੇ ਸਹੀ ਕੰਮ ਕਰਨਗੇ ਤਾਂ ਹੀ ਲੋਕਾਂ ਨੂੰ ਸਿਹਤ ਸੇਵਾਵਾਂ ਦੇਣਗੇ ਇਹ। ਇਸ ਲਈ ਇਹਨਾਂ ਨੂੰ ਮੁਲਾਜ਼ਮਾਂ ਦੀ ਕੋਈ ਪਰਵਾਹ ਨਹੀਂ ਹੈਗੀ ਕਿ ਸਿਰਫ ਆਪਣੇ ਢਿੱਡ ਭਰਨਾ ਮਤਲਬ ਹੈ ਇਹਨਾਂ ਨੂੰ। ਬਿਲਕੁਲ। ਤੇ ਇੰਨੇ ਸਾਲਾਂ 'ਚ ਤੁਹਾਡਾ ਜਿਹੜਾ ਸੰਘਰਸ਼ ਰਿਹਾ, ਮੈਨੂੰ ਉਹਦੀ ਥੋੜੀ ਹਿਸਟਰੀ ਦੱਸੋ, ਕਿਉਂਕਿ ਕੁਝ ਤੁਸੀਂ ਸੰਘਰਸ਼ ਆਪਣੀ ਸੈਲਰੀ ਵਧਾਉਣ ਲਈ ਕੀਤੇ ਹੋਣਗੇ, ਰੈਗੂਲਰਾਈਜੇਸ਼ਨ ਲਈ ਕੀਤੇ ਹੋਣਗੇ, ਕੁਝ ਐਵੇਂ ਦੀ ਪ੍ਰੋਗਰੈਸ ਤੁਹਾਡੇ ਧਰਨਿਆਂ 'ਚੋਂ ਜਾਂ ਤੁਹਾਡੇ ਸੰਘਰਸ਼ 'ਚੋਂ ਮਿਲੀ ਹੈ ਹੁਣ ਤੱਕ ਤੁਹਾਨੂੰ? ਨਹੀਂ, ਸਾਨੂੰ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ ਗਾ ਜੀ। ਅਸੀਂ ਲੰਬੀ ਵੇਖੇ ਧਰਨਾ ਲਾਇਆ ਸੀ ਇੱਕ ਵਾਰੀ, ਉੱਥੇ ਵੀ ਸਾਨੂੰ ਕੁੱਟਮਾਰ ਕੀਤੀ ਸੀ ਪੁਲਿਸ ਨੇ, ਪ੍ਰਸ਼ਾਸਨ ਨੇ, ਉੱਥੇ ਸਰਕਾਰ ਨੇ। ਹੁਣ ਅਸੀਂ ਪਿੱਛੇ ਜੇ ਖਰੜ ਵਿਖੇ ਧਰਨੇ ਲਾਏ ਆ, ਚਮਕੌਰ ਸਾਹਿਬ ਵੀ ਧਰਨੇ ਲਾਏ ਆ, ਕਾਫੀ ਜਗ੍ਹਾ ਤੇ ਅਸੀਂ ਧਰਨੇ ਲਾਏ ਆ, ਪਰ ਸਰਕਾਰ ਦੇ ਕੰਨਾਂ ਤੇ ਕੋਈ ਜੂੰ ਨਹੀਂ ਰਹੀ ਜੀ। ਸਰਕਾਰ ਜੋ ਹੈਗੀ ਆਪਣੇ ਮੁਲਾਜ਼ਮਾਂ ਪ੍ਰਤੀ ਤਸਵੀਰ ਨਹੀਂ ਹੈਗੀ। ਠੀਕ ਹੈ। ਤੇ ਕਿਉਂਕਿ ਤੁਸੀਂ ਬਾਰ-ਬਾਰ ਧਰਨੇ ਵੀ ਲਾਉਂਦੇ ਰਹੇ ਹੋ ਤੇ ਤੁਹਾਡੇ ਨਾਲ ਟ੍ਰੀਟਮੈਂਟ ਇਸ ਤਰ੍ਹਾਂ ਦਾ ਹੁੰਦਾ ਰਿਹਾ, ਇੱਕ ਗੱਲ ਤਾਂ ਸਾਫ਼ ਹੈ ਕਿ ਸਰਕਾਰ ਤੱਕ ਤੁਹਾਡੀ ਗੱਲ ਪਹੁੰਚੀ ਜ਼ਰੂਰ ਹੋਈ ਹੈ, ਉਹਨੂੰ ਪਤਾ ਹੈ ਕਿ ਇਹੋ ਜਿਹਾ ਕੁਝ ਹੋ ਰਿਹਾ ਹੈ, ਤੇ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਮਨਾ ਨਹੀਂ ਕਰਦੇ ਆ, ਕਹਿ ਦਿੰਦੇ ਕਿ ਅਸੀਂ ਤੁਹਾਨੂੰ ਕਰ ਦੇਵਾਂਗੇ। ਪਰ ਜਦੋਂ ਇਹ 36,000 ਮੁਲਾਜ਼ਮਾਂ ਵਾਲੀ ਗੱਲ ਆਈ ਸੀ, ਉਹਦੇ 'ਚ ਕੀ ਤੁਹਾਨੂੰ ਇਨਕਲੂਡ ਕੀਤਾ ਸੀ ਜਾਂ ਇਹੀ ਕਹਿਤਾ ਕਿ ਤੁਸੀਂ ਤਾਂ ਸੈਂਟਰ ਵਾਲੇ ਹੋ? ਉਦੋਂ ਸਾਨੂੰ ਕਹਿ ਰਹੇ ਸੀਗੇ ਵੀ ਤੁਸੀਂ 36,000 ਦੇ ਇਨਕਲੂਡ ਹੈਗੇ ਹੋ, ਬਟ ਉਹਨਾਂ ਚੋਂ ਸਾਨੂੰ 36 ਮੁਲਾਜ਼ਮ ਵੀ ਨਹੀਂ ਲੱਭੇ ਜਿਨ੍ਹਾਂ ਨੇ ਰੈਗੂਲਰ ਕੀਤਾ ਇਹਨਾਂ ਨੇ ਜੀ। ਉਹ ਤਾਂ ਹੈ ਹੀ, ਸਾਰੇ ਪੰਜਾਬ 'ਚ ਹੀ ਇਹ ਗੱਲ ਹੈ। ਹਾਂਜੀ, ਕੋਈ 36 ਮੁਲਾਜ਼ਮ ਇਹਨਾਂ ਕੋਲ ਹੈਗੇ, 36 ਦੂਰ ਇਹਨਾਂ ਕੋਲ 3 ਖਾਦ ਉਹ ਵੀ ਨਹੀਂ ਹੈਗੇ ਇਹਨਾਂ ਕੋਲ ਜੀ। ਸਿਰਫ ਸਰਕਾਰ ਨੇ ਆਪਣੇ ਹੋਲਡਿੰਗ ਤੇ ਇੰਨਾ ਖਰਚਾ ਕਰ ਦਿੱਤਾ ਕਿ ਜੇ ਕੋਈ ਇੰਨਾ ਖਰਚਾ ਇਹ ਆਪਣੇ ਮੁਲਾਜ਼ਮਾਂ ਤੇ ਕਰ ਦਿੱਤਾ ਤਾਂ ਇਹਨਾਂ ਦੇ ਐਡਵਰਟਾਈਜ਼ ਆਪਣੇ ਵੀ ਐਡਵਰਟਾਈਜ਼ਮੈਂਟ ਹੋ ਜਾਣੇ ਸੀ ਇਹਨਾਂ ਦੀ। ਤੇ ਸੁਖਜੀਤ ਜੀ, ਮੈਂ ਜਦੋਂ ਵੈਸੇ ਦੇਖਦਾ ਤਾਂ NHM ਦੀ ਕਵਰੇਜ ਵੀ ਮੀਡੀਆ ਦੇ ਹਿਸਾਬ ਨਾਲ ਵੀ ਦੇਖੀਏ ਤਾਂ ਬਹੁਤ ਹੁੰਦੀ ਰਹਿੰਦੀ ਹੈ, ਤੁਹਾਡੇ ਧਰਨੇ ਹੋਣ ਜਾਂ ਜਿੰਨੀ ਵੀ ਤੁਹਾਡੀ ਗਤੀਵਿਧੀ ਹੁੰਦੀ ਰਹਿੰਦੀ ਹੈ। ਤੁਹਾਨੂੰ ਲੱਗਦਾ ਇਹਦਾ ਕੋਈ ਫਰਕ ਪਿਆ ਹੈ ਕਿ ਲੋਕਾਂ ਦਾ ਜੇ ਕਹੀਏ ਤਾਂ ਸਾਥ ਮਿਲਿਆ ਤੁਹਾਨੂੰ, ਆਮ ਜਨਤਾ ਦਾ? ਵੇਖੋ ਜੀ, ਜਿਹੜਾ 2 ਸਾਲ 3 ਸਾਲ ਕਰੋਨਾ ਦਾ ਟਾਈਮ ਲੰਘਿਆ, ਅਸੀਂ ਆਪਦੇ ਸਾਥੀਆਂ ਨੇ, ਸਾਡਿਆਂ ਨੇ ਆਪਦੇ ਸਰੀਰਾਂ ਤੇ ਹੰਡਾਇਆ, ਆਪਦੇ ਪਰਿਵਾਰਾਂ ਤੇ ਹੰਡਾਇਆ। ਸਾਨੂੰ ਪਤਾ ਅਸੀਂ ਕਿਸ ਦੌਰ ਦੇ ਵਿੱਚੋਂ ਨਿਕਲੇ ਆ, ਜਦੋਂ ਟੋਟਲ ਟਰਾਂਸਪੋਰਟ ਬੰਦ ਹੁੰਦੀ ਸੀ ਔਰ ਸਾਡੇ ਸਾਥੀ 30 35 ਕਿਲੋਮੀਟਰ ਕਿਵੇਂ ਮੈਨੇਜ ਕਰਕੇ ਡਿਊਟੀ ਨੂੰ ਵਫਾਦਾਰੀ ਨਾਲ ਨਿਭਾਉਂਦੇ ਰਹੇ। ਪਰ ਬੜੀ ਮਤਲਬ ਅਫਸੋਸਜਨਕ ਗੱਲ ਹੈ ਕਿ ਇਹ ਸਰਕਾਰ ਸਿਰਫ ਤੇ ਸਿਰਫ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਨੇ, ਉਹਨਾਂ ਨੇ ਸਿਰਫ ਤੇ ਸਿਰਫ ਆਪਣਾ ਟਾਈਮ ਪਾਸ ਕੀਤਾ। ਜਿੱਦਾਂ ਭੁੱਲਰ ਸਾਹਿਬ ਨੇ ਕਿਹਾ ਕਿ ਸਰਕਾਰ ਸਿਰਫ ਆਪਦੇ ਮੰਤਰੀਆਂ ਦੇ ਪੱਤੇ ਪੁੱਤੇ ਵਧਾਉਂਦੀ ਰਹੀ ਹੈ ਕਿ ਹਾਂਜੀ ਠੀਕ ਹੈ। ਚੰਨੀ ਸਾਹਿਬ ਨੇ ਕਿਹਾ ਸੀ, ਇਹਨਾਂ ਨੇ ਤਾਂ ਪੰਚ ਲਾਈਨ ਬਣਾ ਲਈ ਸੀ ਕਿ ਘਰ ਘਰ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ। ਬਟ ਉਹ ਐਕਚੁਅਲ ਦੇ ਵਿੱਚ ਜਿਹੜੀ ਕਹਿੰਦੇ ਐਜੂਕੇਸ਼ਨ ਔਰ ਹੈਲਥ ਜਿਹੜੀ ਆ, ਉਹ ਕਿਸੇ ਸੂਬੇ ਦੀ, ਕਿਸੇ ਦੇਸ਼ ਦੀ ਜਿਹੜੀ ਉਹ ਰੀੜ੍ਹ ਦੀ ਹੱਡੀ ਹੁੰਦੀ ਹੈ। ਉਹ ਚੰਗੇ ਦਰੁਸਤ ਹੋਣਗੇ, ਚੰਗਾ ਐਜੂਕੇਸ਼ਨ ਹੋਏਗਾ ਤੇ ਚੰਗੀ ਹੈਲਥ ਫੈਸਿਲਿਟੀ ਹੋਏਗੀ ਤਾਂ ਉਹ ਦੇਸ਼ ਤਰੱਕੀ ਬੜੇ ਆਰਾਮ ਨਾਲ ਕਰੇਗਾ ਔਰ ਬੜੀ ਤੇਜ਼ੀ ਨਾਲ ਕਰੇਗਾ। ਪਰ ਇੱਥੇ ਕੰਮ ਉਲਟ ਹੈ ਜੀ। ਇੱਥੇ ਸਿਰਫ ਤੇ ਸਿਰਫ ਲੀਡਰਾਂ ਨੂੰ ਆਪਣੀਆਂ ਜੇਬਾਂ ਭਰਨੇ ਦੀ ਪਈ ਹੈ, ਮੁਲਾਜ਼ਮ ਤਬਕੇ ਵੱਲ ਕਿਸੇ ਤਰ੍ਹਾਂ ਦਾ ਕੋਈ ਧਿਆਨ ਨਹੀਂ। ਬੜੀ ਤੁਸੀਂ ਇੱਕ ਤੁਹਾਨੂੰ ਮੈਂ ਜਾਣਕਾਰੀ ਲਈ ਗੱਲ ਦੱਸ ਦੇਣਾ ਚਾਹੁੰਦਾ ਕਿ ਤੁਸੀਂ ਪਿਛਲੇ 5 ਸਾਲਾਂ ਦੇ ਅੰਕੜੇ ਚੱਕ ਕੇ ਸਟੇਟ ਗਵਰਨਮੈਂਟ ਦੇ ਵੇਖ ਲਓ, ਸਰਕਾਰ ਨੇ ਕਿੰਨੀ ਕੁ ਭਰਤੀ ਜਿਹੜੀ ਹੈ ਕੀਤੀ ਹੈ, ਜਦ ਕਿ ਪਿਛਲੇ 2.5 ਸਾਲ ਜਿਹੜੇ ਆ ਉਹ ਕੋਵਿਡ ਦੇ ਵਿੱਚ ਨਿਕਲੇ ਨੇ। ਕੀ ਸਰਕਾਰ ਦਾ ਫਰਜ਼ ਨਹੀਂ ਬਣਦਾ ਸੀ ਕਿ ਜਿਨ੍ਹਾਂ ਨੂੰ ਉਹਨਾਂ ਨੇ ਕਰੋਨਾ ਯੋਧਿਆਂ ਦਾ ਖਿਤਾਬ ਦਿੱਤਾ, ਜਿਨ੍ਹਾਂ ਨੂੰ ਉਹਨਾਂ ਨੇ ਕਿਹਾ ਫਰੰਟ ਲਾਈਨ ਵਰਕਰ ਨੇ, ਇਹ ਸਾਡਾ ਮਾਣ ਨੇ। ਸਾਡੇ ਭੂਤਪੂਰਵ ਜਿਹੜੇ ਸਿਹਤ ਮੰਤਰੀ ਸਾਹਿਬ ਸੀਗੇ, ਉਹਨਾਂ ਨੇ ਕਿਹਾ ਸੀ ਕਿ ਜਿਸ ਦਿਨ ਕਰੋਨਾ ਦੀ ਪਹਿਲੀ ਵੇਵ ਤੇ ਤੁਸੀਂ ਠੱਲ ਪਾ ਲਈ, ਮੈਂ ਉਸ ਦਿਨ ਇਨਾਮ ਦੇ ਤੌਰ ਤੇ ਤੁਹਾਨੂੰ ਜਿਹੜਾ ਹੈ ਰੈਗੂਲਰਾਈਜੇਸ਼ਨ ਦੇ ਪੱਤਰ ਜਿਹੜੇ ਆ ਆਪ ਸੌਂਪਾਂਗਾ। ਸਰਕਾਰ ਦੇ ਕਿੱਥੇ ਉਹ ਵਾਅਦੇ ਹਵਾ ਹੋ ਗਏ। ਕੋਈ ਵੀ ਆਗੂ ਜਿਹੜਾ ਸਟੇਟ ਦਾ, ਪੰਜਾਬ ਸਰਕਾਰ ਦਾ, ਸਾਡੇ ਨਾਲ ਬੈਠ ਕੇ ਗੱਲ ਕਰਕੇ ਸਾਡੇ ਮਸਲੇ ਹੱਲ ਕਰਨ ਦੇ ਵਿੱਚ ਇੰਟਰਸਟਿਡ ਹੈ ਹੀ ਨਹੀਂ ਜੀ। ਤੇ ਮੈਂ ਵੈਸੇ ਪਹਿਲਾਂ ਵੀ ਇੱਕ ਤਰ੍ਹਾਂ ਨਾਲ ਸਵਾਲ ਪੁੱਛਿਆ ਹੈ, ਪਰ ਤੁਹਾਡੇ ਹਿਸਾਬ ਨਾਲ ਇਹਦਾ ਕਾਰਨ ਕੀ ਹੈ? ਕਿਉਂ ਨਹੀਂ ਕਰਨਾ ਚਾਹੁੰਦੇ? ਤੁਹਾਡਾ ਹੱਲ ਕਿਉਂ ਨਹੀਂ ਕਰ ਰਹੇ? ਇਹ ਸਰ ਇਹਨਾਂ ਨੇ ਸਾਨੂੰ ਗੇਂਦ ਬਣਾ ਰੱਖਿਆ। ਕਦੇ ਸੈਂਟਰ ਵੱਲ ਸੁੱਟ ਦਿੰਦੇ ਆ, ਕਦੇ ਇਹ ਸੈਂਟਰ ਜਿਹੜੀ ਉਹ ਸਾਨੂੰ ਇੱਧਰ ਸੁੱਟ ਦਿੰਦੀ ਹੈ। ਮੈਨੂੰ ਇੱਕ ਇਹੀ ਤਾਂ ਉਹ ਕਹਿੰਦੇ ਨੀਅਤ ਤੇ ਨੀਤੀ। ਨੀਅਤ ਨਾ ਤਾਂ ਨੀਅਤ ਹੈ ਔਰ ਨਾ ਹੀ ਇਹਨਾਂ ਕੋਲੇ ਕੋਈ ਨੀਤੀ ਹੈ। ਬੜੀ ਵਧੀਆ ਗੱਲ ਹੈ, ਹਰਿਆਣਾ ਗਵਰਨਮੈਂਟ ਨੇ ਅੱਜ ਤੋਂ ਤਕਰੀਬਨ 7 ਸਾਲ ਪਹਿਲਾਂ ਜਿੰਨੇ NHM ਦੇ ਵਿੱਚ ਮੁਲਾਜ਼ਮ ਕੰਮ ਕਰਦੇ ਸੀਗੇ, ਉਹਨਾਂ ਮੁਲਾਜ਼ਮਾਂ ਨੂੰ ਰੈਗੂਲਰ ਦੇ ਬਰਾਬਰ ਤਨਖਾਹ ਦੇਤੀ। ਬਰਾਬਰ ਕੰਮ ਬਰਾਬਰ ਤਨਖਾਹ ਸੁਪਰੀਮ ਕੋਰਟ ਦੀ ਵੀ ਰੂਲਿੰਗ ਹੈ। ਇਹ ਸਰਕਾਰ ਨੂੰ ਪਤਾ ਨਹੀਂ ਕੀ ਦਿੱਕਤ ਹੈ। ਰਾਜਸਥਾਨ ਨੇ ਜਿੰਨੀਆਂ ਵੀ ਨੌਕਰੀਆਂ ਕੱਢੀਆਂ, ਉਹਨਾਂ ਨੌਕਰੀਆਂ ਦੇ ਵਿੱਚ NHM ਮੁਲਾਜ਼ਮਾਂ ਨੂੰ ਤਰਜੀਹ ਦਿੱਤੀ
ਪਹਿਲ ਦੇ ਆਧਾਰ ਤੇ ਉਹਨਾਂ ਨੂੰ ਪੱਕਾ ਕੀਤਾ ਗਿਆ। ਸਰਕਾਰ ਦੀ ਅਸੀਂ ਹਮੇਸ਼ਾ ਸਰਕਾਰ ਨੂੰ ਇੱਕੋ ਗੱਲ ਕਹਿੰਦੇ ਆ ਕਿ ਸਾਡੇ ਲਈ ਇੱਕ ਪਾਲਿਸੀ ਬਣਾ ਦਿਓ। ਬਲਵੀਰ ਸਿੱਧੂ ਸਾਹਿਬ ਨੇ ਕਿਹਾ ਸੀਗਾ ਕਿ ਜਦੋਂ ਸਿਹਤ ਮੰਤਰੀ ਸੀਗੇ ਕਿ ਜਿੰਨੀਆਂ ਵੀ ਅੱਗੇ ਪੋਸਟਾਂ ਆਉਣਗੀਆਂ ਉਹਨਾਂ ਪੋਸਟਾਂ ਦੇ ਵਿੱਚ 50% ਜਿਹੜੇ ਆ ਸਿੱਧੇ NHM ਦੇ ਮੁਲਾਜ਼ਮ ਡਾਇਰੈਕਟਲੀ ਭਰਤੀ ਕੀਤੇ ਜਾਣਗੇ, ਡਾਇਰੈਕਟਲੀ ਉਹਨਾਂ ਨੂੰ ਐਡਜਸਟ ਕੀਤਾ ਜਾਏਗਾ। ਉਹ ਪਾਲਿਸੀ ਫਿਰ ਡੱਬੇ 'ਚ ਪਾਤੀ। ਇਹਨਾਂ ਨੇ ਕੈਬਨਿਟ ਸਬ ਕਮੇਟੀ ਦਾ ਗਠਨ ਕੀਤਾ ਜਿਹਦੇ 'ਚ ਵਿੱਤ ਮੰਤਰੀ ਸਾਹਿਬ ਸੀਗੇ, ਬ੍ਰਹਮ ਇੰਦਰਾ ਜੀ ਸੀਗੇ, ਆਪ ਚੰਨੀ ਸਾਹਿਬ ਉਦੋਂ ਆਪ ਖੁਦ ਮਿਨਿਸਟਰ ਹੁੰਦੇ ਸੀ, ਉਹ ਸੀਗੇ ਸ਼ਾਇਦ, ਤੇ ਸਾਡੇ ਸਿਹਤ ਮੰਤਰੀ ਸਾਹਿਬ ਸੀਗੇ। ਬਟ ਉਹ ਕਮੇਟੀ ਨੇ ਕਦੇ ਮੀਟਿੰਗ ਕੀਤੀ ਹੋਈ ਨਹੀਂ। ਇਹਨਾਂ ਦੀ ਨਾ ਤਾਂ ਨੀਅਤ ਹੈ ਨਾ ਨੀਤੀ ਹੈ। ਬਸ ਇਹਨਾਂ ਦਾ ਸਿਰਫ ਇਹ ਹੈ ਕਿ ਜੇ ਇਹਨਾਂ ਨੂੰ ਸ਼ਾਇਦ ਖਤਰਾ ਇਹ ਹੈ ਕਿ ਜੇ ਇਹਨਾਂ ਨੂੰ ਤਨਖਾਹਾਂ ਜ਼ਿਆਦਾ ਦੇਤੀਆਂ ਜਾਂ ਇਹਨਾਂ ਨੂੰ ਰੈਗੂਲਰ ਕਰਤਾ ਤੇ ਸ਼ਾਇਦ ਇਹ ਕਿਤੇ ਕੰਮ ਕਰਨੋਂ ਨਾ ਹਟ ਜਾ। ਠੀਕ ਹੈ, ਸੋ ਇਹ ਤਰੀਕਾ ਹੈ ਤੁਹਾਡੇ ਤੋਂ ਕੰਮ ਲੈਣ ਦਾ, ਤੁਸੀਂ ਇਹ ਕਹਿ ਰਹੇ ਹੋ? ਹਾਂਜੀ, ਠੀਕ ਹੈ, ਇਹ ਸ਼ੋਸ਼ਣ ਹੈ ਬਸ, ਹੋਰ ਜੀ। ਅੱਛਾ, ਇੱਕ ਮੈਨੂੰ ਗੱਲ ਦੱਸੋ, ਪਿਛਲੇ ਇੱਕ ਸਾਲ ਇਸੇ ਟਾਈਮ ਦੇ ਆਸ-ਪਾਸ ਮੈਨੂੰ ਲੱਗਦਾ ਹੈ 1000 ਤੋਂ ਵੱਧ ਜਿਹੜਾ ਇੰਪਲੋਈ ਸੀਗਾ, ਕੱਚਾ ਇੰਪਲੋਈ ਸੀਗਾ NHM ਦਾ, ਉਹਨੂੰ ਇੱਕ ਵਾਰ ਇਹਨੇ ਕੱਢਤਾ ਸੀਗਾ, ਫਿਰ ਰੱਖ ਲਿਆ ਸੀਗਾ। ਉਹ ਸਾਰਾ ਮਸਲਾ ਕੀ ਹੋਇਆ ਸੀਗਾ? ਸਰ ਉਹਦੇ ਵਿੱਚ ਇਹ ਸੀਗਾ, ਗੁਰਪ੍ਰੀਤ ਜੀ ਤੁਸੀਂ ਕਰੋ। ਉਹ ਆਊਟਸੋਰਸ ਸਟਾਫ ਰੱਖਿਆ ਸੀ ਇਹਨਾਂ ਨੇ ਜੀ। ਉਹਨਾਂ ਨੂੰ ਇਹਨਾਂ ਨੇ ਪਹਿਲਾਂ ਲਾਰਾ ਲਾਤਾ ਜੀ ਤੁਹਾਨੂੰ ਐਡਜਸਟ ਕਰਨ ਲਈ, ਬਾਅਦ ਚ ਉਹਨਾਂ ਨੂੰ ਇੱਕ ਵਾਰੀ ਉਹਨੂੰ ਛੱਡਤਾ ਜੀ। ਬਾਅਦ ਜਦੋਂ ਉਹਨਾਂ ਨੇ ਸਾਰਾ ਦਬਾਅ ਪਾਇਆ ਉਹਨਾਂ ਨੇ, ਫਿਰ ਉਦੋਂ ਮੰਤਰੀ ਸਾਹਿਬ ਨੇ ਉਹਨਾਂ ਦੁਆਰਾ ਫਿਰ ਰੱਖ ਲਿਆ ਸੀਗਾ ਉਹਨਾਂ ਨੇ। ਅੱਛਾ, ਤੇ ਮਤਲਬ ਜੇ ਦਬਾਅ ਪਾਇਆ ਜਾਵੇ ਤਾਂ ਕੰਮ ਹੋ ਸਕਦਾ। ਮੈਂ ਇਸੇ ਗੱਲ ਤੇ ਆਉਣਾ ਚਾਹ ਰਿਹਾ ਸੀਗਾ। ਹੋ ਸਕਦਾ ਜੀ, ਬਸ ਦਬਾਅ ਵੀ ਪਾਇਆ ਪਰ ਸਰਕਾਰ ਦੀ ਨੀਤੀ ਹੈ ਨਹੀਂ ਗੇ ਤੱਕ, ਨਾ ਹੀ ਕੋਈ ਪਾਲਿਸੀ ਬਣਾ ਰਹੀ ਸਰਕਾਰ ਦੀ। ਪਾਲਿਸੀਆਂ ਨਾ ਤੇ ਸਿਰਫ ਕਮੇਟੀਆਂ ਬਣਾ ਦਿੰਦੇ ਆ, ਸਬ ਕਮੇਟੀਆਂ ਬਣਾ ਦਿੰਦੇ ਆ, ਪਰ ਕਮੇਟੀਆਂ ਕੋਈ ਕਰਦੀਆਂ ਨਹੀਂ ਜੀ, ਬਸ ਟਾਈਮ ਖਰਾਬ ਕਰੀ ਜਾਂਦੇ ਨੇ ਜੀ, ਨਾਲੇ ਆਪਦਾ ਤੇ ਨਾਲੇ ਮੁਲਾਜ਼ਮਾਂ ਦਾ ਜੀ। ਤੇ ਤੁਸੀਂ ਹੁਣ ਬੜਾ ਕੁਝ ਕਰਕੇ ਦੇਖ ਲਿਆ, ਇੰਨੇ ਸਾਲਾਂ ਚ ਇੰਨਾ ਸੰਘਰਸ਼ ਕਰ ਲਿਆ, ਧਰਨੇ ਲਾ ਲਏ, ਫਿਰ ਤੁਹਾਡੇ ਕੋਲ ਹੁਣ ਆਪਸ਼ਨ ਕੀ ਹੈ ਅੱਗੇ? ਸਾਡੇ ਕੋਲ ਹੁਣ ਆਪਸ਼ਨ ਤਾਂ ਇਹੀ ਹੈ ਜੀ ਕਿ ਅਸੀਂ ਜੋ ਨਵੀਂ ਸਰਕਾਰ ਆਊਗੀ ਉਹਨੂੰ ਅਸੀਂ ਦੱਸਾਂਗੇ ਸਾਡਾ ਇਤਿਹਾਸ ਆ ਰਿਹਾ ਵੀ ਤੁਸੀਂ ਵੀ ਸਾਨੂੰ ਕੋਈ ਰੈਗੂਲਰ ਨਹੀਂ ਕਰਦੇ ਜਾਂ ਸਾਡੇ ਬਾਰੇ ਨਹੀਂ ਸੋਚਦੇ। ਤਾਂ ਜੇ ਪਿਛਲੀ ਸਰਕਾਰ ਮੰਨ ਲਓ ਵੀ ਹੁਣ ਚੇਂਜ ਹੁੰਦੀ ਆ ਤਾਂ ਮੁਲਾਜ਼ਮਾਂ ਨੇ ਹੁਣ ਚੇਂਜ ਕਰਨੀ ਹੈ ਸਰਕਾਰ ਜੇ ਹੋਈ ਤਾਂ ਜੀ। ਅਸੀਂ ਚਾਹੁੰਦੇ ਹਾਂ ਸਰਕਾਰ ਚੇਂਜ ਹੋਵੇ, ਬਦਲਾਅ ਆਵੇ ਕੋਈ, ਐਡ ਮੁਲਾਜ਼ਮਾਂ ਨੂੰ ਜਾਂ ਆਮ ਜਨਤਾ ਹੈਗੀ ਜੋ ਉਹਨਾਂ ਨੂੰ ਆਪਣਾ ਕੋਈ ਫਾਇਦਾ ਮਿਲ ਸਕੇ ਉਹਨਾਂ ਨੂੰ, ਕਿਉਂਕਿ ਇਹ ਜੋ ਸਰਕਾਰਾਂ ਨੇ ਇਹ ਇੱਕੋ ਸਿੱਕੇ ਦੇ ਦੋ ਪਹਿਲੂ ਆ ਜੀ, ਕਦੀ ਆਈ ਤੇ ਦੂਜੀ ਆ ਗਈ, ਇੱਕ ਆ ਗਈ ਦੂਜੀ ਆ ਗਈ ਜੀ। ਇਸ ਲਈ ਮੁਲਾਜ਼ਮਾਂ ਨੂੰ ਤੇ ਲੋਕਾਂ ਨੂੰ ਇਹਨਾਂ ਨੇ ਸਿਰਫ ਗੁੰਮਰਾਹ ਕੀਤਾ ਹਰ ਵਾਰੀ। ਜੋ ਲੋਕਾਂ ਦੇ ਬੁਨਿਆਦੀ ਲੋੜਾਂ ਹੈਗੀਆਂ, ਜਿਵੇਂ ਆਟਾ ਦਾਲ ਦੇ ਦਿਓ ਜੀ, ਆਹ ਦੇ ਦਿਓ ਜੀ, ਇਹ ਕੋਈ ਬੁਨਿਆਦੀ ਲੋੜ ਆਪਣੇ ਆਪ ਪੂਰੀ ਕਰ ਦਿਓ, ਜੇ ਬੰਦਾ ਰੁਜ਼ਗਾਰ ਮਿਲੂਗਾ। ਰੁਜ਼ਗਾਰ ਇਹਨਾਂ ਦੇਣਾ ਨਹੀਂ ਕੋਈ, ਲੋਕਾਂ ਨੂੰ ਬਸ ਕੰਬਲ ਪੋਸੇ ਪਾ ਰੱਖੇ। ਬਿਲਕੁਲ ਸਹੀ ਗੱਲ ਹੈ, ਰੋਜ਼ਗਾਰ ਦੀ ਬਹੁਤ ਲੋੜ ਹੈ, ਤੇ ਤਾਂ ਹੀ ਜੇ ਪੰਜਾਬ ਦੀ ਇਕਨੋਮੀ ਵੀ ਜਿਹੜੀ ਸਟਰਗਲ ਕਰ ਰਹੀ ਹੈ ਉਹਦੇ 'ਚ ਵੀ ਉਹ ਯੋਗਦਾਨ ਪਾਉਣਗੇ ਤਾਂ ਹੀ ਪੰਜਾਬ ਅੱਗੇ ਵੱਧ ਸਕੇਗਾ। ਤੇ ਆ ਜਿੰਨੇ ਮਸਲੇ ਅਸੀਂ ਗੱਲ ਕਰ ਰਹੇ ਹਾਂ ਬਾਰ-ਬਾਰ, ਉਹ ਆਪਸ 'ਚ ਜੁੜੇ ਹੋਏ ਨੇ। ਇੱਕ ਦਾ ਹੱਲ ਹੋਣਾ ਸ਼ੁਰੂ ਹੋਏਗਾ, ਦੂਜਾ ਆਪਣੇ ਆਪ ਹੱਲ ਹੋਣਾ ਸ਼ੁਰੂ ਹੋ ਜਾਏਗਾ। ਇਹ ਗੱਲ ਤੁਹਾਡੀ ਸਹੀ ਹੈ। ਪਾਣੀ ਫ੍ਰੀ ਕਰ ਦਿੰਦੇ, ਬਿਜਲੀ ਫ੍ਰੀ ਕਰ ਦਿੰਦੇ, ਰਾਸ਼ਨ ਫ੍ਰੀ ਦੇ ਦਿੰਦੇ ਆ, ਲੋਕਾਂ ਨੂੰ ਇਸੇ ਚਾਰ ਤੇ ਲਾ ਰੱਖਿਆ ਇਹਨਾਂ ਨੇ। ਸਹੀ ਗੱਲ ਹੈ। ਅੱਛਾ, ਆਪਾਂ 1 ਮਿੰਟ ਲਈ ਇਹ ਗੱਲ ਜਿਹੜੀ ਅਸੀਂ ਮੁਲਾਜ਼ਮਾਂ ਦੇ ਹੱਕਾਂ ਦੀ ਕਰ ਰਹੇ ਹਾਂ ਉਹਨੂੰ ਛੱਡ ਦਈਏ, ਕਿਉਂਕਿ ਤੁਸੀਂ ਇੱਕ ਹੈਲਥ ਸਰਵਿਸਿਜ਼ ਵਿੱਚ ਕੰਮ ਕਰਦੇ ਹੋ। ਤੇ ਜਿਵੇਂ ਅਸੀਂ ਜ਼ਿਕਰ ਕੀਤਾ, ਕੋਵਿਡ ਦਾ ਟਾਈਮ ਬਹੁਤ ਔਖਾ ਸੀਗਾ, ਸਭ ਲਈ ਸੀਗਾ, ਪਰ ਖਾਸ ਕਰਕੇ ਤੁਹਾਡੇ ਵਰਗੇ ਫਰੰਟਲਾਈਨ ਵਰਕਰਸ ਲਈ। ਪਰ ਆਪਾਂ ਇਹ ਛੱਡ ਦਈਏ, ਪਰ ਤੁਸੀਂ ਕੀ ਸਮਾਂ ਲੰਘਾਇਆ, ਕਿਸ ਤਰ੍ਹਾਂ ਦੀ ਮੁਸ਼ਕਿਲਾਂ ਉਸ ਵੇਲੇ ਤੁਹਾਨੂੰ ਆਈਆਂ, ਚਾਹੇ ਉਹ ਇਨਫਰਾਸਟ੍ਰਕਚਰ ਵਾਈਜ਼ ਹੋਣ, ਚਾਹੇ ਤੁਹਾਡੀ ਆਪਣੀ ਸਿਹਤ ਨੂੰ ਖਤਰਾ ਹੋਵੇ, ਉਹਦੇ ਬਾਰੇ ਥੋੜੀ ਗੱਲ ਕਰੀਏ। ਸਾਡੇ ਜੋ ਸਾਥੀ ਭੈਣ ਭਰਾ ਸੀਗੇ NHM ਮੁਲਾਜ਼ਮ, ਇਹਨਾਂ ਨੇ ਕਰੋਨਾ ਦੇ ਦੌਰਾਨ ਇੰਨਾ ਕੰਮ ਕੀਤਾ ਜੀ, ਦਿਨ ਰਾਤ 24 ਘੰਟੇ ਬਹੁਤ ਕੰਮ ਕੀਤਾ ਇਹਨਾਂ ਨੇ। ਜਿਵੇਂ ਕਈਆਂ ਥਾਵਾਂ ਤੇ ਤਾਂ ਕਈਆਂ ਪੂਰਾ ਪ੍ਰੋਪਰ ਮਾਸਕ ਵੀ ਨਹੀਂ ਮਿਲਦੇ ਸੀਗੇ, PPE ਕਿੱਟਾਂ ਨਹੀਂ ਮਿਲਦੀਆਂ ਸੀਗੀਆਂ, ਫਿਰ ਵੀ ਇਹਨਾਂ ਨੇ ਆਪਦੇ ਪੱਲੇ ਖਰਚਾ ਕਰਕੇ ਸਮਾਨ ਮੁਹੱਈਆ ਕਰਵਾਇਆ ਆਪਣੇ ਆਪ ਨੂੰ, ਲੋਕਾਂ ਨੂੰ ਸਿਹਤ ਸਹੂਲਤਾਂ ਦਿੱਤੀਆਂ। ਜਦੋਂ ਲੋਕ ਆਪਦੇ ਘਰਾਂ 'ਚ ਵੜ ਗਏ ਸੀਗੇ ਉਦੋਂ ਤਾਂ ਇਹ ਆਪਣੇ ਡੈਡ ਬੋਡੀ ਵੀ ਲੈਣ ਨਹੀਂ ਹੁੰਦੇ ਸੀਗੇ, ਤੇ ਉਦੋਂ ਇਹਨਾਂ ਨੇ ਮੁਲਾਜ਼ਮਾਂ ਨੇ ਜਾ ਕੇ ਉਹਨਾਂ ਸੰਸਕਾਰ ਵੀ ਕਰਵਾਏ, ਪਰ ਫਿਰ ਵੀ ਸਰਕਾਰ ਇਹਨਾਂ ਵੈਲਿਊ ਨਹੀਂ ਪਾ ਰਹੀ ਕੋਈ। ਸਹੀ ਗੱਲ ਹੈ। ਤੇ ਕਿਉਂਕਿ ਪਹਿਲੀ ਵੇਵਸ ਤਾਂ ਇੱਕਦਮ ਸੰਪੂਰਨ ਲੋਕਡਾਊਨ ਤਾਂ ਸੀਗਾ ਹੀ, ਲੇਕਿਨ ਡਰ ਬਹੁਤ ਜ਼ਿਆਦਾ ਸੀਗਾ, ਹੈ ਨਾ, ਲੋਕਾਂ ਦੇ ਵਿੱਚ ਵੀ। ਤੇ ਜਿਵੇਂ ਕਿ ਤੁਸੀਂ ਦੱਸਿਆ ਕਿ ਲੋਕੀ ਬੋਡੀਜ਼ ਵੀ ਨਹੀਂ ਲੈਣ ਆ ਰਹੇ ਸੀਗੇ ਤੇ ਮੁਲਾਜ਼ਮ ਆਪ ਹੀ ਕ੍ਰੀਮੇਸ਼ਨ ਵੀ ਕਰ ਰਹੇ ਸੀਗੇ। ਇਹੋ ਜਿਹਾ ਵੀ ਕੁਝ ਹੋਇਆ ਕਿ ਹਸਪਤਾਲ 'ਚ ਹੀ ਰਹਿਣਾ ਪਿਆ ਹੋਇਆ ਡਰ ਦੇ ਵਜੋਂ, ਘਰ ਹੀ ਨਾ ਗਏ ਹੋਵੋ, ਇਹੋ ਜਿਹੇ ਹਾਲਾਤ ਵੀ ਸੀਗੇ? ਜਦੋਂ ਕੋਵਿਡ ਦਾ ਸਟਾਰਟ ਆਇਆ ਸੀ, ਪਹਿਲੀ ਵੇਵ ਆਈ ਸੀਗੀ, ਉਦੋਂ ਕਿਸੇ ਨੂੰ ਵੀ ਇਹ ਨਹੀਂ ਪਤਾ ਸੀਗਾ ਵੀ ਇਹ ਐਕਚੁਅਲ ਦੇ ਵਿੱਚ ਬਿਮਾਰੀ ਹੈ ਕੀ, ਔਰ ਇਹ ਕਿਉਂ ਫੈਲ ਰਹੀ ਹੈ, ਔਰ ਕਿਸ ਲੈਵਲ ਦੀ ਇਹ ਖਤਰਨਾਕ ਬਿਮਾਰੀ ਹੈ। ਉਸ ਟਾਈਮ ਦੇ ਵਿੱਚ ਕਾਲ ਸੈਂਟਰ ਤੱਕ ਬਿਲਡ ਅਪ ਕੀਤੇ ਗਏ ਸੀਗੇ ਦਫ਼ਤਰਾਂ ਦੇ ਵਿੱਚ, ਤਾਂ ਕਿ ਜਿਹੜੇ ਲੋਕਡਾਊਨ ਦੇ ਵਿੱਚ ਰਾਤ ਨੂੰ ਮੈਡੀਕਲ ਸਟੋਰਸ ਓਪਨ ਕਰਵਾ ਲੈਣ, ਜ਼ਰੂਰੀ ਰਾਸ਼ਨ ਦੀਆਂ ਦੁਕਾਨਾਂ ਜਿਹੜੀਆਂ ਉਹ ਓਪਨ ਕਰਵਾਈਆਂ ਜਾ ਸਕਣ,
ਤਾਂ ਸਾਡੀ ਸ਼ਿਫਟ, ਮੈਂ ਖੁਦ ਉਹ ਡਿਊਟੀ ਕਰਦਾ ਰਿਹਾ, ਸਾਡੀ ਨਾਈਟ ਸ਼ਿਫਟਾਂ ਲੱਗਦੀਆਂ ਸੀਗੀਆਂ, ਅਸੀਂ ਸਾਰੀ ਰਾਤ ਬੈਠ ਕੇ ਕੱਢਦੇ ਸੀਗੇ, ਅਸੀਂ ਰਜਿਸਟਰ ਦੇ ਉੱਪਰ ਐਂਟਰੀ ਕਰਨੀ ਹੁੰਦੀ ਸੀ, ਉਹਦਾ ਫੀਡਬੈਕ ਦੇਣਾ ਹੁੰਦਾ ਸੀਗਾ। ਜੇ ਕੋਈ ਐਨਆਰਆਈ ਵੀਰ ਬਾਹਰੋਂ ਆਇਆ ਤਾਂ ਉਹਦੀ ਡਿਟੇਲ ਜਦੇ ਸਾਨੂੰ ਐਸਡੀਐਮ ਆਫਿਸ ਨੂੰ ਪਹੁੰਚਾਉਣੀ ਪੈਂਦੀ ਸੀ, ਤਾਂ ਕਿ ਐਸਡੀਐਮ ਸਾਹਿਬ ਦੇ ਨਿਰਦੇਸ਼ਾਂ ਦੇ ਮੁਤਾਬਕ ਟੀਮਾਂ ਕਨਸਟੀਟਿਊਟ ਕਰਕੇ ਉਸ ਟੀਮ ਨੂੰ ਉਹ ਬੰਦੇ ਕੋਲੇ ਭੇਜਿਆ ਜਾਂਦਾ। ਲੋਕਾਂ 'ਚ ਸਹਿਮ ਇੰਨਾ ਸੀ ਕਿ ਜੇ ਪਿੰਡ ਦੇ ਕਿਸੇ ਬੰਦੇ ਨੇ ਦੂਜੇ ਨਾਲ ਦੁਸ਼ਮਣੀ ਕੱਢਣੀ ਹੁੰਦੀ ਸੀ, ਉਹ ਵੈਸੇ ਹੀ ਕਹਿ ਦਿੰਦਾ ਸੀ ਫੋਨ ਕਰਕੇ, ਜੀ ਉਹ ਫਲਾਣੇ ਪਿੰਡ ਦੇ ਵਿੱਚ ਜਿਹੜਾ ਬੰਦਾ ਇੱਕ ਬਾਹਰ ਤੋਂ ਆਇਆ ਉਹਨੂੰ ਚੁੱਕ ਲਓ, ਉਹ ਕੋਵਿਡ ਪੋਜ਼ਿਟਿਵ ਹੋ ਸਕਦਾ। ਇਸ ਤਰ੍ਹਾਂ ਦਾ ਡਰ ਹੰਢਾਇਆ। ਦੂਜੀ ਗੱਲ ਆ ਜਾਂਦੀ ਹੈ ਸਾਡੇ ਸਟਾਫ ਦੀ, ਸਾਡੇ ਏਐਨਐਮ ਦੀ, ਡਾਕਟਰ ਦੀ, ਸਾਡੇ ਪੈਰਾਮੈਡੀਕਲ ਸਟਾਫ ਦੀ। ਪੈਰਾਮੈਡੀਕਲ ਸਟਾਫ ਨੇ ਇੰਨਾ ਕੁ ਕੰਮ ਕੀਤਾ, ਤਕਰੀਬਨ ਜੇ ਅਸੀਂ ਗੱਲ ਕਰੀਏ ਸਾਡੇ ਮਾਈਕਰੋਬਾਇਓਲੋਜਿਸਟ ਨੇ ਜਿਹੜੇ ਟੈਸਟ ਕਰਦੇ ਨੇ ਕੋਵਿਡ ਦੇ, ਜਿਨ੍ਹਾਂ ਤੇ ਸਾਰੀ ਜ਼ਿੰਮੇਵਾਰੀ ਹੁੰਦੀ ਹੈ। ਆਈਡੀਐਸਪੀ ਇੱਕ ਵੱਖਰਾ ਸੈੱਲ ਹੁੰਦਾ ਇਹਦੇ ਵਾਸਤੇ, ਜਿਹਦੇ ਵਿੱਚ ਪ੍ਰੋਪਰ ਰਿਕਰੂਟਡ ਸਟਾਫ ਹੁੰਦਾ, ਉਹ ਵੀ ਸਾਰਾ ਐਨਐਚਐਮ ਦੇ ਅੰਡਰ ਹੀ ਕੰਮ ਕਰ ਰਿਹਾ। ਉਹ ਸਟਾਫ ਨੇ 18 ਘੰਟੇ 20 ਘੰਟੇ ਡਿਊਟੀ ਕੀਤੀ ਹੈ। ਜਦ ਵੀ ਕਿਤੇ ਕਰੋਨਾ ਬੰਬ ਫਟਣਾ, ਉੱਥੇ ਜੇ 10 ਤੋਂ ਉੱਪਰ ਕੇਸ ਆ ਗਏ ਹੈ ਤਾਂ ਉੱਥੇ ਸਰਵੇ, ਉੱਥੇ ਟੈਸਟਿੰਗ, ਉਹਨਾਂ ਦੀ ਸੈਂਪਲਿੰਗ, ਸਾਰਾ ਕੁਝ A to Z। ਉਦੋਂ ਜਦੋਂ ਸਾਰੇ ਲੋਕ ਘਰਾਂ ਦੇ ਵਿੱਚ ਵੜੇ ਹੋਏ ਸੀ, ਲੋਕਾਂ ਦੇ ਵਿੱਚ ਦੁੱਧ ਦੇ ਪੈਕਟ ਨੂੰ ਸੈਨੀਟਾਈਜ਼ ਕਰਕੇ ਖੋਲਦੇ ਹੁੰਦੇ ਸੀਗੇ, ਉਸ ਵਕਤ ਅਸੀਂ ਲੋਕਾਂ ਦੀਆਂ ਸੇਵਾਵਾਂ, ਲੋਕਾਂ ਦੀ ਸੇਵਾ ਲਈ ਹਾਜ਼ਰ ਸੀ, ਬਿਨਾਂ ਕਿਸੇ ਇੰਸ਼ੋਰੈਂਸ ਦੇ। ਦੇਖੋ ਸਰਕਾਰ ਦੀ ਐਡੀ ਪਾਲਿਸੀ ਮਾੜੀ ਸੀ ਉਸ ਟਾਈਮ ਤੇ, ਜਿਹੜੀ ਕਿ ਹੁਣ ਕੰਟੀਨਿਊਸ ਆ। ਕਿਸੇ ਵੀ ਐਨਐਚਐਮ ਮੁਲਾਜ਼ਮ ਲਈ ਕੋਈ ਹੈਲਥ ਬੈਨੀਫਿਟ ਨਹੀਂ। ਮੰਨ ਲਓ ਜੇ ਕੱਲ ਨੂੰ ਡਿਊਟੀ ਤੇ ਮੈਨੂੰ ਕੁਝ ਹੋ ਜਾਂਦਾ ਤਾਂ ਮੇਰੇ ਪਰਿਵਾਰ ਲਈ ਕੁਝ ਨਹੀਂ, ਮੇਰੇ ਪਰਿਵਾਰ ਨੂੰ ਕੋਈ ਐਕਸਗ੍ਰੇਸ਼ੀਆ ਗ੍ਰਾਂਟ ਨਹੀਂ, ਮੇਰੇ ਪਰਿਵਾਰ ਲਈ ਕੋਈ ਕਿਸੇ ਤਰ੍ਹਾਂ ਦਾ ਕੋਈ ਨੌਕਰੀ ਦਾ ਪ੍ਰੋਵੀਜ਼ਨ ਨਹੀਂ। ਮੇਰੇ ਨਾਲ ਸਾਰੀ ਸਰਵਿਸ ਵੀ ਖਤਮ, ਮੇਰੇ ਨਾਲ ਸਾਰੇ ਸੁੱਖ ਸਹੂਲਤਾਂ ਵੀ ਖਤਮ, ਮੇਰੇ ਨਾਲ ਤਨਖਾਹ ਵੀ ਗਈ, ਕੋਈ ਪੈਨਸ਼ਨ ਨਹੀਂ। ਤਾਂ ਇਹ ਪ੍ਰੈਜ਼ੈਂਟ ਸਿਨੈਰੀਓ ਹੈ। ਤੇ ਤੁਹਾਨੂੰ ਕੀ ਵੈਸੇ ਹੈਲਥ ਬੈਨੀਫਿਟ ਇਸ ਤਰ੍ਹਾਂ ਮਿਲਦਾ, ਤੁਸੀਂ ਬਿਮਾਰ ਹੋ ਜਾਓ ਤਾਂ ਬਾਕੀ ਸਰਕਾਰੀ ਮੁਲਾਜ਼ਮਾਂ ਵਾਂਗ ਰੀਇੰਬਰਸਮੈਂਟ ਹੋਊਗੀ? ਨਹੀਂ, ਕੁਝ ਵੀ ਨਹੀਂ। ਨਹੀਂ, ਕੋਈ ਸਹੂਲਤ ਨਹੀਂ ਦਿੱਤੀ ਗਈ ਸਰਕਾਰ ਵੱਲੋਂ। 1 ਰੁਪਏ ਦੀ ਸਿੰਗਲ ਪੈਨੀ ਦੀ ਕਿਤੇ ਸਾਨੂੰ ਫੈਸਿਲਿਟੀ ਨਹੀਂ ਹੈ। ਸਾਡੀ ਤਾਂ ਈਵਨ ਜਿਹੜੀ ਹਸਪੀਟਲ ਦੇ ਵਿੱਚ ਹੈ, ਉਹ ਵੀ ਪਰਚੀ ਲੱਗਦੀ ਹੁੰਦੀ ਸੀ ਪਹਿਲਾਂ। ਜੇ ਅਸੀਂ ਸਰਕਾਰੀ ਹਸਪਤਾਲ ਦੇ ਵਿੱਚੋਂ ਇਲਾਜ ਕਰਾਉਣਾ ਤਾਂ ਸਾਨੂੰ ਉਹਦੇ ਵੀ 10 ਰੁਪਏ ਦੇਣੇ ਪੈਂਦੇ ਹੁੰਦੇ ਸੀ, ਜਿਹੜੇ ਅਸੀਂ ਬੜੀ ਸਟਰਗਲ ਕਰਕੇ ਅਸੀਂ ਉਹ ਮਾਫ ਕਰਵਾਏ ਆ। ਔਰ ਕਈ ਹਸਪੀਟਲਾਂ ਦੇ ਵਿੱਚ ਤਾਂ ਹਜੇ ਵੀ ਪਰਚੀ ਕੱਟ ਲੈਂਦੇ ਆ, ਕਹਿ ਦਿੰਦੇ ਜੀ ਤੁਸੀਂ ਠੇਕਾ ਮੁਲਾਜ਼ਮ ਹੋ। ਜੀ, ਸੋ ਤੁਸੀਂ ਕੋਵਿਡ 'ਚ ਹੀ ਕੰਮ ਕਰ ਰਹੇ ਹੋ, ਤੁਹਾਨੂੰ ਆਪ ਨੂੰ ਕੋਵਿਡ ਹੋ ਜਾਵੇ ਤਾਂ ਰੱਬ ਰੱਖਾ, ਸਰਕਾਰ ਤਾਂ ਵੀ ਕੁਝ ਨਹੀਂ ਕਰੂਗੀ। ਬਿਲਕੁਲ ਰੱਬ ਰੱਖਾ। ਸਾਡਾ ਤਾਂ ਕੋਈ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ, ਕਿਸੇ ਕਿਸਮ ਦੀ ਸਹੂਲਤ ਨਹੀਂ। ਚਲੋ ਇਹ ਗੱਲ ਕਰ ਲਈਏ ਕਿ ਹੁਣ ਜਿਹੜੀ ਵੀ ਨਵੀਂ ਸਰਕਾਰ ਆਵੇ, ਤੁਹਾਡੀ ਉਸ ਤੋਂ ਪਹਿਲੀ ਗੱਲ ਤਾਂ ਮੰਗ ਕੀ ਹੋਊਗੀ? ਤੇ ਕਿਉਂਕਿ ਅਸੀਂ ਬਾਰ-ਬਾਰ ਗੱਲ ਕਰ ਰਹੇ ਹਾਂ ਕਿ ਪੈਸੇ ਦੀ ਕਮੀ ਆ, ਜੋ ਵੀ ਜਿਹੜੀਆਂ ਤੁਹਾਡੀ ਮੰਗਾਂ ਨੇ ਉਹਨੂੰ ਪੂਰੀ ਕਰਨ ਲਈ ਸਰਕਾਰ ਕੀ ਕੁਝ ਕਰ ਸਕਦੀ ਹੈ? ਜਿਹੜੀ ਪੈਸੇ ਦੀ ਕਮੀ ਸਰਕਾਰ ਕੋਲ, ਤਾਂ ਉਹ ਕਿਵੇਂ ਪੂਰੀ ਹੋ ਸਕਦੀ ਹੈ? ਬੜਾ ਸੌਖਾ ਤਰੀਕਾ ਜੀ। ਪੈਸੇ ਦੀ ਕੋਈ ਕਮੀ ਨਹੀਂ ਹੈ। ਜੋ ਵੀ ਨਵੀਂ ਸਰਕਾਰ ਆਵੇ ਉਹਦੇ ਲਈ ਸਾਡੇ ਕੋਲੇ ਮਾਸਟਰ ਪਲਾਨ ਹੈਗਾ। ਉਹਨਾਂ ਤੇ ਕੋਈ ਵਿੱਤੀ ਬੋਝ ਨਹੀਂ। ਅਸੀਂ ਵੀਰ ਜੀ ਇਹ ਵੀ ਗੱਲ ਕਹਿੰਦੇ ਆ ਕਿ ਜੇ ਤੁਸੀਂ ਸਾਨੂੰ ਬੇਸਿਕ ਸੈਲਰੀ ਤੇ ਵੀ ਪੱਕਾ ਕਰਦੇ ਹੋ ਨਾ, ਅਸੀਂ ਉਹਦੇ ਲਈ ਵੀ ਤਿਆਰ ਹਾਂ। ਜੇ ਅਸੀਂ ਹੁਣ ਇਸ ਟਾਈਮ ਜੇ ਪੰਜਾਬ ਸਰਕਾਰ ਆਉਂਦੀ ਹੈ, ਡੈਫੀਨੇਟਲੀ ਜੋ ਕਿ ਕੋਈ ਵੀ ਸਰਕਾਰ ਆਉਂਦੀ ਹੈ ਤਾਂ ਉਹਨਾਂ ਨੂੰ ਪਤਾ ਹੈ ਤਕਰੀਬਨ ਹੈਲਥ ਡਿਪਾਰਟਮੈਂਟ ਦੇ ਵਿੱਚ 30,000 ਤੋਂ ਪਲੱਸ ਜਿਹੜੀਆਂ ਵੈਕੈਂਸੀਜ਼ ਹੋਣਗੀਆਂ ਆਰਾਮ ਨਾਲ। ਔਰ ਉਹਦੇ ਅਕੋਰਡਿੰਗਲੀ ਸਾਰੇ ਐਨਐਚਐਮ ਨੂੰ, ਮੈਂ ਤੁਹਾਨੂੰ ਅੱਗੇ ਦੱਸਿਆ ਜਿੱਦਾਂ ਕਿ 9700 ਸਿਰਫ ਸਟਾਫ ਆ, ਤਾਂ ਉਹ ਜਿਸ ਹਿਸਾਬ ਨਾਲ ਉਹ ਭਰਤੀ ਹੋਇਆ, ਉਹਨੂੰ ਉਸ ਹਿਸਾਬ ਨਾਲ, ਉਹਦੀ ਸੀਨੀਅਰਤਾ ਦੇ ਹਿਸਾਬ ਨਾਲ, ਉਹਦੀ ਸਰਵਿਸ ਈਅਰ ਆਫ ਸਰਵਿਸਿਜ਼ ਦੇ ਹਿਸਾਬ ਨਾਲ ਉਹਨੂੰ ਕਿਸੇ ਵੀ ਰਿਕਰੂਟਮੈਂਟ ਦੇ ਵਿੱਚ ਪ੍ਰੈਫਰੈਂਸ ਦੇ ਕੇ ਐਡਜਸਟ ਕੀਤਾ ਜਾ ਸਕਦਾ ਈਜ਼ੀਲੀ। ਔਰ ਹਰ ਇੱਕ ਮੁਲਾਜ਼ਮ ਸਾਡਾ ਤਿਆਰ ਹੈ ਐਡਜਸਟ ਹੋਣੇ ਨੂੰ, ਕੋਈ ਦਿੱਕਤ ਨਹੀਂ। ਉਹ ਕਹਿੰਦਾ ਜੇ ਮੈਂ ਸਾਰੀ ਉਮਰ ਕੱਚਾ ਨਹੀਂ ਰਹਿਣਾ, ਜੇ ਮੈਂ ਪੱਕਾ ਹੋਣਾ ਮੈਂ 3 ਸਾਲ ਹੋਰ ਕੱਚਾ ਰਹਿ ਲੂੰਗਾ, ਪ੍ਰੋਬੇਸ਼ਨ ਤੇ ਰਹਿ ਲੂੰਗਾ, ਦਿੱਕਤ ਕੋਈ ਨਹੀਂ ਹੈ। ਤੇ ਬਾਕੀ ਮੁਲਾਜ਼ਮਾਂ ਨੂੰ ਇਕੁਅਲ ਵਰਕ ਇਕੁਅਲ ਪੇ ਦੇਵੇ। ਸਰਕਾਰ ਕੋਲੇ ਇੱਕ ਬੜਾ ਵਧੀਆ ਫੰਡਾ ਹੁੰਦਾ, PIP ਹਰ ਇੱਕ ਸਟੇਟ ਗਵਰਨਮੈਂਟ ਦੀ ਹੈ ਜਿਹੜੀ, ਉਹ ਸੈਂਟਰ ਗਵਰਨਮੈਂਟ ਪਾਸ ਕਰਦੀ ਹੈ। ਪ੍ਰੋਗਰਾਮ ਇੰਪਲੀਮੈਂਟੇਸ਼ਨ ਪਲਾਨ ਹੁੰਦਾ ਜੀ, ਜਿਹੜਾ ਹਰੇਕ ਸਾਲ ਸਰਕਾਰ ਆਪਣੇ ਵੱਲੋਂ ਪ੍ਰਪੋਜ਼ਲ ਭੇਜਦੀ ਹੈ, ਤੇ ਜੇ ਉਹਨਾਂ ਦੀ ਪ੍ਰਪੋਜ਼ਲ ਸਹੀ ਹੈ, ਉਹ ਪੈਸਾ ਜਾਇਜ਼ ਤਰੀਕੇ ਨਾਲ ਮੰਗਿਆ ਗਿਆ, ਤਾਂ ਸੈਂਟਰ ਗਵਰਨਮੈਂਟ ਮਨਾ ਨਹੀਂ ਕਰਦੀ। 1000 ਕਰੋੜ ਤੋਂ ਉੱਪਰ ਦੀ ਜਿਹੜੀ PIP ਆ ਉਹ ਪਾਸ ਹੋ ਕੇ ਆਉਂਦੀ ਹੈ ਹਰੇਕ ਸਾਲ ਸਟੇਟ ਗਵਰਨਮੈਂਟ ਕੋਲੇ, ਜਿਹਦੇ ਵਿੱਚ ਸੈਲਰੀ ਹੈਡ ਵੀ ਹੁੰਦਾ, ਜਿਹਦੇ ਵਿੱਚ ਬਾਕੀ ਜਿੰਨੀਆਂ ਵੀ ਸਕੀਮਾਂ ਚੱਲਦੀਆਂ ਨੇ ਉਹਨਾਂ ਸਕੀਮਾਂ ਲਈ ਫੰਡਸ ਅਵੇਲੇਬਲ ਹੁੰਦੇ ਆ। ਕੀ ਗਵਰਨਮੈਂਟ ਇੰਨੀ ਸਿੰਸੀਅਰ ਜਿਹੜੀ ਫੋਰਸ ਹੈ, ਮਤਲਬ ਕਿ ਐਨਐਚਐਮ ਮੁਲਾਜ਼ਮ ਹੈ, ਉਹਨਾਂ ਲਈ ਇੰਨੀ ਵੀ ਅਵੇਅਰ ਨਹੀਂ ਹੈਗੀ ਕਿ ਅਸੀਂ ਇਹਨਾਂ ਦੀ ਜਿਹੜੀ ਸੈਲਰੀ ਹੈ ਉਹ ਅਸੀਂ ਇਹਨਾਂ ਦੀ ਸੈਲਰੀ ਵਧਾ ਕੇ ਪਾਈਏ। ਡਰ ਸਿਰਫ ਗਵਰਨਮੈਂਟ ਨੂੰ ਇਹ ਹੈ ਕਿ ਜੇ ਅਸੀਂ 10,000 ਰੁਪਇਆ ਇਹਨਾਂ ਦੀ ਸੈਲਰੀ ਵਧਾ ਕੇ ਪ੍ਰਪੋਜ਼ਲ 'ਚ ਪਾਤੀ ਤਾਂ 10,000 ਰੁਪਇਆ ਸਾਨੂੰ ਵੀ ਦੇਣਾ ਪਊਗਾ। ਉੱਥੇ ਨੀਅਤ ਤੇ ਨੀਤੀ ਦੀ ਫਿਰ ਗੱਲ ਆ ਜਾਂਦੀ ਹੈ।
ਤਾਂ ਸਰਕਾਰ ਨੂੰ ਇਹਦੇ ਬਾਰੇ ਸੋਚਣਾ ਪਏਗਾ। ਨਵੀਂ ਸਰਕਾਰ ਨਾਲ ਸਾਡੀ ਸਿਰਫ ਟੇਬਲ ਟਾਕ ਹੋਏਗੀ ਤੇ ਇਸੇ ਚੀਜ਼ ਤੇ ਹੋਏਗੀ, ਜੇ ਕੰਮ ਬਰਾਬਰ ਕਰਵਾ ਰਹੇ ਹੋ ਤਾਂ ਤਨਖਾਹ ਬਰਾਬਰ ਦਿਓ ਜੀ, ਇਕੁਅਲ ਵਰਕ ਇਕੁਅਲ ਪੇ ਦੀ ਗੱਲ। ਰੋਡ ਮੈਪ ਬੜਾ ਸਾਫ਼ ਹੈ, ਆਈਐਸ ਅਫਸਰ ਸਾਹਿਬਾਨ ਨੇ ਸਾਡੇ ਤੋਂ ਬਹੁਤ ਇੰਟੈਲੀਜੈਂਟ ਨੇ, ਉਹਨਾਂ ਨੂੰ ਸਭ ਕਲੀਅਰ ਹੈ। ਬਸ ਸਿਰਫ ਜਿਹੜੀ ਇਹ ਜਾਂਦੀ ਸਰਕਾਰ ਸੀਗੀ, ਇਹਨਾਂ ਨੇ ਸਿਰਫ ਵੋਟਾਂ ਲੈਣ ਖਾਤਰ, ਹੁਣ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ, ਇਹਨਾਂ ਨੇ ਆਂਗਨਵਾੜੀ ਵਰਕਰ ਦਾ ਪੱਤਾ ਆਲਮੋਸਟ ਡਬਲ ਕਰਤਾ ਜੀ, ਆਸ਼ਾ ਵਰਕਰ ਦਾ ਪੱਤਾ ਆਲਮੋਸਟ ਡਬਲ ਕਰਤਾ। ਹੁਣ ਆਸ਼ਾ ਵਾਸਤੇ ਦੇਖ ਲਓ ਕਿੱਡੀ ਮਤਲਬ ਮਜ਼ੇ ਵਾਲੀ ਗੱਲ ਹੈ, ਆਸ਼ਾ ਦਾ ਜਿਹੜਾ ਇਹਨਾਂ ਨੇ ਪੱਤਾ ਵਧਾਇਆ ਉਹ ਐਨਐਚਐਮ ਦੀ ਪੀਆਈਪੀ ਚੋਂ ਵੱਧ ਕੇ ਮਿਲਣਾ। ਅੱਛਾ, ਜੇ 33,000 ਦੇ ਕਰੀਬ ਆਸ਼ਾ ਵਰਕਰ ਨੂੰ ਉਹ ਭੱਤਾ ਵਧਾ ਕੇ ਡਬਲ ਕਰਕੇ ਆਲਮੋਸਟ ਦਿੱਤਾ ਜਾ ਸਕਦਾ, ਤਾਂ ਕੀ 9700 ਮੁਲਾਜ਼ਮ ਨੂੰ ਤਨਖਾਹ ਦੇਣੀ ਇਹਨਾਂ ਲਈ ਔਖੀ ਹੈ? ਤਾਂ ਗੱਲ ਤਾਂ ਫਿਰ ਉਹੀ ਨੀਅਤ ਤੇ ਨੀਤੀ ਦੀ ਆ ਗਈ ਨਾ ਜੀ। ਬਿਲਕੁਲ ਬਿਲਕੁਲ, ਇਹ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ। ਠੀਕ ਹੈ ਗੁਰਪ੍ਰੀਤ ਜੀ, ਆਖਰੀ ਸਵਾਲ ਤੁਹਾਨੂੰ ਪੁੱਛਦਾ, ਹੁਣ ਨਵੀਂ ਸਰਕਾਰ ਜਿਹੜੀ ਆ ਰਹੀ ਹੈ, ਜੇ ਉਹਨਾਂ 'ਚ ਕੋਈ ਵੀ ਆ ਦੇਖਦਾ ਹੋਵੇ ਤਾਂ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ, ਤੁਹਾਡੀ ਆਖਰੀ ਅਪੀਲ ਕੀ ਹੈ? ਸਾਡੀ ਇਹੀ ਅਪੀਲ ਹੈ ਜੀ, ਜੋ ਸਿਹਤ ਮੁਲਾਜ਼ਮ ਆ, ਜੋ ਲੋਕਾਂ ਦੀ ਸਿਹਤ ਸੇਵਾਵਾਂ ਦਿੰਦੇ ਆ, ਲੋਕਾਂ ਨੂੰ ਸਿਹਤ ਸੇਵਾਵਾਂ ਪਹੁੰਚਾਉਂਦੇ ਆ, ਤਾਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਸਰਕਾਰ ਰੈਗੂਲਰ ਕਰੇ, ਉਹਨਾਂ ਦੇ ਘਰ-ਬਾਰ ਬਾਰੇ ਸੋਚੇ, ਉਹਨਾਂ ਦੇ ਪਰਿਵਾਰ ਬਾਰੇ ਸੋਚੇ, ਤਾਂ ਹੀ ਉਹ ਆਪਣੇ ਨਾਲ ਦੂਜੇ ਲੋਕਾਂ ਨੂੰ, ਆਮ ਲੋਕਾਂ ਨੂੰ ਸਿਹਤ ਸਹੂਲਤਾਂ ਦੇ ਸਕਦੇ ਆ। ਇਸ ਲਈ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਮੁਲਾਜ਼ਮਾਂ ਬਾਰੇ ਗੰਭੀਰ ਹੋ ਕੇ ਇਹਨਾਂ ਨੂੰ ਰੈਗੂਲਰ ਕਰਨ। ਬਿਲਕੁਲ ਗੁਰਪ੍ਰੀਤ ਜੀ, ਸੁਖਜੀਤ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਲਈ ਸਮਾਂ ਕੱਢਿਆ ਤੁਸੀਂ ਅੱਜ। ਤੇ ਇਹੀ ਮੈਨੂੰ ਲੱਗਦਾ ਮੇਨ ਗੱਲ ਇਸ 'ਚੋਂ ਆਹੀ ਨਿਕਲੀ ਹੈ ਕਿ ਨੀਤੀ ਤਾਂ ਬਣ ਸਕਦੀ ਹੈ, ਪਰ ਉਹਦੀ ਜੇ ਨੀਅਤ ਹੋਏਗੀ ਤਾਂ ਹੀ ਉਹਨੂੰ ਇੰਪਲੀਮੈਂਟ ਕੀਤਾ ਜਾਏਗਾ, ਤਾਂ ਹੀ ਤੁਹਾਡੇ ਮੁਲਾਜ਼ਮ ਜਿਹੜੇ ਇੰਨੇ ਔਖੇ ਸਮੇਂ, ਕੋਵਿਡ ਅਸੀਂ ਦੇਖ ਲਿਆ ਹੈ, ਹੰਢਾ ਲਿਆ ਹੈ, ਹੈਲਥ ਸਰਵਿਸਿਜ਼ ਹਮੇਸ਼ਾ ਇੰਪੋਰਟੈਂਟ ਰਹੀਆਂ ਨੇ, ਪਰ ਕੋਵਿਡ ਦੇ ਸਮਾਂ ਜਿਸਨੇ ਹੰਢਾ ਲਿਆ ਉਹਨੂੰ ਹੀ ਪਤਾ ਹੈ ਕਿ ਇਹ ਕਿੰਨਾ ਮੁਸ਼ਕਿਲ ਸਮਾਂ ਸੀਗਾ। ਹੋਪਫੁਲੀ ਇਹੋ ਜਿਹਾ ਕੁਝ ਦੁਬਾਰਾ ਦੁਨੀਆ 'ਚ ਨਹੀਂ ਆਏਗਾ, ਲੇਕਿਨ ਸਾਡੇ ਮੁਲਾਜ਼ਮ ਹਜੇ ਵੀ ਉੱਥੇ ਹੀ ਨੇ ਜਿੱਥੇ ਉਹ ਕੋਵਿਡ ਆਉਣ ਤੋਂ ਪਹਿਲਾਂ ਸੀਗੇ। ਉਹਨਾਂ ਦੀ ਸੇਵਾਵਾਂ ਜੇ ਉਹਨਾਂ 'ਚ ਕੋਈ ਕਮੀ ਸੀ ਤਾਂ ਮੈਂ ਤਾਂ ਕਹਿੰਦਾ ਸਰਕਾਰਾਂ ਦੱਸਣ ਕਿ ਸਾਨੂੰ ਐਨਐਚਐਮ ਇੰਪਲੋਈਜ਼ ਦਾ ਇਹ ਨੁਕਸਾਨ ਹੋਇਆ, ਸਾਡਾ ਕੰਮ ਤਾਂ ਰੈਗੂਲਰ ਵਾਲਿਆਂ ਨੇ ਕੀਤਾ। ਜੇ ਨਹੀਂ, ਜੇ ਸਰਕਾਰ ਮੰਨਦੀ ਹੈ ਕਿ ਇਕੁਅਲ ਵਰਕ ਹੈ ਤਾਂ ਇਹਨਾਂ ਦੀ ਗੱਲ ਬਿਲਕੁਲ ਸਹੀ ਹੈ, ਇਕੁਅਲ ਪੇ ਕਿਉਂ ਨਹੀਂ ਮਿਲ ਰਹੀ, ਉਹ ਵੀ ਇਹੋ ਜਿਹੇ ਸੂਬੇ 'ਚ ਜਿੱਥੇ ਹੈਲਥ ਹਜੇ ਵੀ ਇੱਕ ਕੈਟਾਸਟ੍ਰੋਫੀ ਹੈ। ਹੈਲਥ ਦੇ ਜੇ ਹਾਲਾਤ ਦੇਖੀਏ ਤਾਂ ਹਜੇ ਵੀ ਕੋਈ ਬਿਹਤਰ ਨਹੀਂ ਹੈ, ਬਾਕੀ ਸਟੇਟਸ ਨਾਲ ਕੰਪੈਰੀਜ਼ਨ ਇਹਨਾਂ ਨੇ ਆਪ ਦੇ ਦਿੱਤਾ, ਹਰਿਆਣਾ ਤੇ ਦਿੱਲੀ ਦੇ ਨਾਲ। ਤੇ ਇਨਫਰਾਸਟ੍ਰਕਚਰ ਅਸੀਂ ਆਪ ਆਪਣੇ ਪਿੰਡਾਂ ਦੀਆਂ ਡਿਸਪੈਂਸਰੀਆਂ 'ਚ ਅਸੀਂ ਦੇਖਿਆ ਜਿੱਥੇ ਡਾਕਟਰ ਵੀ ਕਦੀ ਆਉਂਦੇ ਨੇ ਕਿਉਂਕਿ ਉਹਨਾਂ ਕੋਲ ਸ਼ਾਇਦ ਇੱਕ ਤੋਂ ਵੱਧ ਡਿਸਪੈਂਸਰੀ ਹੈ, ਦਵਾਈਆਂ ਤਾਂ ਆਉਂਦੀਆਂ ਹੀ ਨਹੀਂ, ਜੇ ਆਉਂਦੀਆਂ ਨੇ ਤਾਂ ਸ਼ਾਇਦ ਜਿਨ੍ਹਾਂ ਦੀ ਲੋੜ ਨਹੀਂ ਹੈ ਉਹੀ ਆ ਜਾਂਦੀਆਂ ਨੇ। ਸੋ ਬਹੁਤ ਸਾਰੇ ਇਸ਼ੂਜ਼ ਕਨੈਕਟਡ ਨੇ, ਜਿਵੇਂ ਅਸੀਂ ਇਸ ਸ਼ੋਅ 'ਚ ਗੱਲ ਕਰ ਹੀ ਰਹੇ ਸੀਗੇ ਕਿ ਜੇ ਇੱਕ ਦਾ ਵੀ ਹੱਲ ਕਰਨਾ ਹੈ ਤੁਸੀਂ ਤੁਰੋ ਤਾਂ ਉਹ ਸਾਰੀਆਂ ਆਪਸ ਜੁੜੀਆਂ ਹੋਈਆਂ ਨੇ, ਸਾਰੇ ਹੱਲ ਆਪਣੇ ਆਪ ਹੋ ਜਾਣਗੇ। ਉਮੀਦ ਕਰਾਂਗੇ ਨਵੀਂ ਸਰਕਾਰ ਜੋ ਵੀ ਆਏਗੀ ਇਹਨਾਂ ਦੇ ਮਸਲੇ ਜਿਹੜੇ ਆਲਰੇਡੀ ਜਾਣਦੀ ਹੈ ਉਹਨਾਂ ਦਾ ਕੋਈ ਨਾ ਕੋਈ ਹੱਲ ਕਰੇਗੀ। ਤੇ ਮੁਲਾਜ਼ਮ ਲਹਿਰ ਤੁਸੀਂ ਦੇਖਦੇ ਰਹੋ, ਇੱਕ ਨਵੇਂ ਐਪੀਸੋਡ ਨਾਲ ਮੈਂ ਫੇਰ ਲੈ ਕੇ ਆਵਾਂਗਾ ਕੁਝ ਹੋਰ ਮੁਲਾਜ਼ਮਾਂ ਨੂੰ ਤੇ ਉਹਨਾਂ ਦੀ ਗੱਲ ਕਰਾਂਗੇ। ਸਤਿ ਸ਼੍ਰੀ ਅਕਾਲ।